ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ ਤੇ ਤੁਸੀਂ ਸਾਰੇ ਵੇਖ ਰਹੇ ਹੋ ਜੀ ਪ੍ਰੋਗਰਾਮ ਖਬਰ ਪੜਤਾਲ, ਜਿਸ ਦੇ ਵਿੱਚ ਅਸੀਂ ਪੰਜਾਬ ਅਤੇ ਦੇਸ਼ ਨਾਲ ਜੁੜੀਆਂ ਖਾਸ ਖਬਰਾਂ ਦੇ ਉੱਪਰ ਅਕਸਰ ਚਰਚਾ ਕਰਦੇ ਹਾਂ। ਖਬਰਾਂ ਅੱਜ ਵੀ ਅਸੀਂ ਢੇਰ ਸਾਰੀਆਂ ਲੈ ਕੇ ਹਾਜ਼ਰ ਹੋਏ ਹਾਂ ਤੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਦਾ। ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ। ਬਹੁਤ ਧੰਨਵਾਦ ਹਰਜੋਤ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਧੰਨਵਾਦ। ਤਾਂ ਅੱਜ ਢੇਰ ਸਾਰੀਆਂ ਖਬਰਾਂ ਦੇ ਉੱਪਰ ਚਰਚਾ ਜ਼ਰੂਰ ਅਸੀਂ ਫਿਰ ਤੋਂ ਕਰਾਂਗੇ, ਕਿਉਂਕਿ ਸਭ ਤੋਂ ਪਹਿਲਾਂ ਅਗਰ ਅਸੀਂ ਗੱਲ ਕਰੀਏ ਤਾਂ ਨਵਜੋਤ ਸਿੰਘ ਸਿੱਧੂ ਬਾਰੇ ਕੀ ਨਵੀਂ ਖਬਰ ਆਈ ਹੈ ਉਹਦੇ ਉੱਪਰ ਚਰਚਾ ਕਰਾਂਗੇ। ਦੂਸਰੇ ਪਾਸੇ ਪੰਜਾਬ ਦੀ ਸਿਆਸਤ ਦੀ ਅਗਰ ਗੱਲ ਕਰੀਏ ਤਾਂ ਬੀਜੇਪੀ ਜੋ ਹੈ ਕੁਝ ਨਵੇਂ ਦਾਅ ਖੇਡ ਕੇ ਆਮ ਆਦਮੀ ਪਾਰਟੀ ਦੇ ਲਈ, ਪੰਜਾਬ ਸਰਕਾਰ ਦੇ ਲਈ ਇੱਕ ਵਿਰੋਧੀ ਧਿਰ ਦੀ ਭੂਮਿਕਾ ਦੇ ਵਿੱਚ ਆਉਣ ਦੀ ਜੋ ਕੋਸ਼ਿਸ਼ ਕਰ ਰਹੀ ਹੈ ਉਹ ਸਾਫ਼ ਤੌਰ ਤੇ ਨਜ਼ਰ ਆਇਆ। ਵਿਸਥਾਰ ਦੇ ਵਿੱਚ ਗੱਲ ਕਰਾਂਗੇ, ਚਾਹੇ ਪੈਟਰੋਲ ਡੀਜ਼ਲ ਦੀ ਕੀਮਤ ਘਟਣ ਦੀ ਗੱਲ ਕਰੀਏ, ਚਾਹੇ ਸਿਲੰਡਰਾਂ ਦੇ ਰੇਟ ਦੇ ਘਟਣ ਦੀ ਗੱਲ ਕਰ ਲਈਏ, ਜਾਂ ਫਿਰ ਅਸੀਂ ਗੱਲ ਕਰ ਲਈਏ ਕਿ ਪੰਜਾਬ ਦੇ ਵਿੱਚ ਮੂੰਗੀ ਦੀ ਐਮਐਸਪੀ ਤੈਅ ਕੀਤੀ ਜਾ ਰਹੀ ਹੈ, ਖਰੀਦ ਤੈਅ ਕੀਤੀ ਜਾ ਰਹੀ ਹੈ। ਸਭ ਤੋਂ ਵੱਡੀ ਗੱਲ ਸੁਨੀਲ ਜਾਖੜ ਦਾ ਬੀਜੇਪੀ ਵਿੱਚ ਜਾਣਾ, ਤੇ ਨਾਲ ਦੀ ਨਾਲ ਮੁੱਦੇ ਹੋਰ ਬਹੁਤ ਸਾਰੇ ਰਹਿਣਗੇ ਕਿ ਹੁਣ ਸੁਨੀਲ ਜਾਖੜ ਦੇ ਉੱਪਰ ਕਿਹੜੀਆਂ ਜ਼ਿੰਮੇਵਾਰੀਆਂ ਬੀਜੇਪੀ ਪਾਏਗੀ, ਜਾਂ ਫਿਰ ਭਗਵੰਤ ਮਾਨ ਸਰਕਾਰ ਉੱਪਰ ਕਿਸ ਤਰ੍ਹਾਂ ਦਾ ਦਬਾਅ ਬਣਾਉਂਦੀ ਨਜ਼ਰ ਆਏਗੀ ਬੀਜੇਪੀ। ਸੋ ਸਾਰੇ ਸਵਾਲਾਂ ਦੀ ਸ਼ੁਰੂਆਤ ਕਰਾਂਗੀ। ਤਾਂ ਸਭ ਤੋਂ ਪਹਿਲਾਂ ਡੱਲਾ ਜੀ ਇਹੀ ਦੇਖਣਾ ਚਾਹਾਂਗੇ, ਇਸੇ ਦਾ ਵਿਸ਼ਲੇਸ਼ਣ ਕਰਨਾ ਚਾਹਾਂਗੇ ਕਿ ਕਿਸ ਤਰੀਕੇ ਨਾਲ ਦੇਖਦੇ ਹੋ ਜਿਸ ਤਰੀਕੇ ਨਾਲ ਨਵੀਂ ਸੌਗਾਤ ਦਿੱਤੀ ਜਾ ਰਹੀ ਹੈ ਪੰਜਾਬ ਨੂੰ। ਸਭ ਤੋਂ ਵੱਡੀ ਗੱਲ ਜੋ ਮੂੰਗੀ ਦੇ ਉੱਪਰ ਐਮਐਸਪੀ ਤੈਅ ਕਰ ਦਿੱਤੀ ਗਈ ਹੈ, ਪੈਟਰੋਲ ਡੀਜ਼ਲ ਦੇ ਜੋ ਰੇਟ ਘਟਾ ਦਿੱਤੇ ਗਏ ਐਕਸਾਈਜ਼ ਡਿਊਟੀ ਘਟਾਉਣ ਤੋਂ ਬਾਅਦ। ਸੋ ਇੱਕ ਤਰੀਕੇ ਨਾਲ ਅਸੀਂ ਦੇਖ ਸਕਦੇ ਹਾਂ ਕਿ ਚਾਹੇ ਦੋ ਵਿਧਾਇਕ ਨੇ ਬੀਜੇਪੀ ਦੇ, ਪਰ ਇਹ ਸਾਰੇ ਕੰਮਾਂ ਨਾਲ ਵਿਰੋਧੀ ਧਿਰ ਦੀ ਭੂਮਿਕਾ ਵਿੱਚ ਆਉਂਦੀ ਨਜ਼ਰ ਆ ਰਹੀ ਹੈ ਬੀਜੇਪੀ। ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਪਿੱਛੇ ਨਜ਼ਰ ਆ ਰਹੀਆਂ ਨੇ ਪਾਰਟੀਆਂ ਦੋਵੇਂ। ਬਿਲਕੁਲ, ਮੈਂ ਤਾਂ ਇਹ ਕਹੂੰਗਾ ਕਿ ਅੱਜ ਪੰਜਾਬ 'ਚ ਅਗਰ ਮੁੱਖ ਵਿਰੋਧੀ ਧਿਰ ਕੋਈ ਹੈ ਤੇ ਉਹ ਭਾਰਤੀ ਜਨਤਾ ਪਾਰਟੀ ਹੈ। ਠੀਕ ਹੈ, ਭਾਰਤੀ ਜਨਤਾ ਪਾਰਟੀ ਦੇ ਮੰਤਰੀ ਵੀ ਨੇ ਪੰਜਾਬ 'ਚ ਦੋ, ਪੁਰੀ ਸਾਹਿਬ ਮੰਤਰੀ ਨੇ ਅੰਮ੍ਰਿਤਸਰ ਵਾਲੇ, ਸੋਮ ਪ੍ਰਕਾਸ਼ ਸਟੇਟ ਮਿਨਿਸਟਰ ਨੇ, ਦੋ ਵਿਧਾਇਕ ਵੀ ਨੇ ਬੀਜੇਪੀ ਦੇ। ਸੋ ਅੱਜ ਇਹ ਮੈਂ ਕਿਉਂ ਕਹਿ ਰਿਹਾ ਕਿ ਮੁੱਖ ਵਿਰੋਧੀ ਧਿਰ ਪੰਜਾਬ 'ਚ ਬੀਜੇਪੀ ਬਣ ਗਈ ਹੈ, ਕਿਉਂਕਿ ਜਦ ਤੱਕ ਨਵਜੋਤ ਸਿੰਘ ਸਿੱਧੂ ਜੇਲ੍ਹ ਨਹੀਂ ਗਏ ਸੀ ਤਾਂ ਪੰਜਾਬ ਦੇ ਵਿੱਚ ਮੁੱਖ ਵਿਰੋਧੀ ਧਿਰ ਦੀ ਭੂਮਿਕਾ ਇੱਕ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਹੀ ਨਿਭਾ ਰਹੇ ਸੀ। ਤੇ ਹੁਣ ਜਦੋਂ ਇਹ ਨਵਜੋਤ ਸਿੰਘ ਸਿੱਧੂ ਜੇਲ੍ਹ ਚਲੇ ਗਏ ਨੇ ਤੇ ਪੰਜਾਬ 'ਚ ਮੇਰਾ ਇਹ ਮੰਨਣਾ ਹੈ ਕਿ ਮੁੱਖ ਵਿਰੋਧੀ ਧਿਰ ਬੀਜੇਪੀ ਬਣ ਗਈ ਹੈ, ਕਿਉਂਕਿ ਕਾਂਗਰਸ ਉਸ ਤਰੀਕੇ ਨਾਲ ਉਸਾਰੂ ਭੂਮਿਕਾ ਅਦਾ ਕਰਦੀ ਨਜ਼ਰ ਨਹੀਂ ਆ ਰਹੀ। ਔਰ ਅਕਾਲੀ ਦਲ ਲੋਕ ਮੁੱਦਿਆਂ ਤੇ ਇਸ ਵਕਤ ਬਹੁਤ ਪਛੜਿਆ ਹੋਇਆ ਨਜ਼ਰ ਆਉਂਦਾ ਹੈ। ਬੰਦੀ ਸਿੰਘਾਂ ਦੇ ਮਾਮਲੇ ਤੇ ਸੁਖਬੀਰ ਸਿੰਘ ਬਾਦਲ ਐਕਟਿਵ ਨੇ ਉਹ ਕਮੇਟੀ ਦੇ ਵਿੱਚ, ਪਰ ਉਸ ਤੋਂ ਇਲਾਵਾ ਜ਼ਮੀਨੀ ਪੱਧਰ ਤੇ ਟਵੀਟ ਤੋਂ ਇਲਾਵਾ ਅਕਾਲੀ ਦਲ ਦਾ ਕੋਈ ਵੱਡਾ ਸੰਘਰਸ਼ ਨਜ਼ਰ ਨਹੀਂ ਆ ਰਿਹਾ, ਔਰ ਨਾ ਹੀ ਕਾਂਗਰਸ ਦਾ। ਕਾਂਗਰਸ ਦੀਆਂ ਆਪਣੀਆਂ ਮੀਟਿੰਗਾਂ ਜ਼ਰੂਰ ਚੱਲ ਰਹੀਆਂ, ਪਰ ਸਵਾਲ ਇੱਥੇ ਇਹ ਹੈ ਕਿ ਭਗਵੰਤ ਮਾਨ ਡਿਲੀਵਰ ਕਰ ਰਹੇ ਨੇ, ਭਗਵੰਤ ਮਾਨ ਫੈਸਲੇ ਕਰ ਰਹੇ ਨੇ, ਭਾਵੇਂ ਕੁਝ ਫੈਸਲੇ ਹੌਲੀ ਹੌਲੀ ਲਾਗੂ ਹੋ ਰਹੇ ਨੇ ਪਰ ਉਹ ਡਿਲੀਵਰ ਕਰ ਰਹੇ ਨੇ, ਪੰਚਾਇਤਾਂ ਦੀਆਂ ਜ਼ਮੀਨਾਂ ਛਡਾ ਰਹੇ ਨੇ। ਹੁਣ ਭਗਵੰਤ ਮਾਨ ਕੰਮ ਕਰ ਰਹੇ ਨੇ ਤੇ ਬੀਜੇਪੀ ਨੇ ਵੀ ਭਗਵੰਤ ਮਾਨ ਦਾ ਮੁਕਾਬਲਾ ਕਰਨ ਲਈ ਪੰਜਾਬ ਦੇ ਵਿੱਚ ਡਿਲੀਵਰ ਕਰਨ ਦੀ ਪਾਲਿਸੀ ਬਣਾ ਲਈ ਹੈ। ਪ੍ਰਧਾਨ ਮੰਤਰੀ ਸਾਹਿਬ ਨੇ ਕੱਲ ਇੱਕ ਬਹੁਤ ਵੱਡਾ ਕੰਮ ਕਰਤਾ, ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘਟਾਤੀਆਂ। ਤੁਹਾਨੂੰ ਯਾਦ ਹੋਣਾ ਹਰਜੋਤ ਜੀ, ਕੁਝ ਦਿਨ ਪਹਿਲਾਂ ਨਰਿੰਦਰ ਮੋਦੀ ਜੀ ਨੇ ਇੱਕ ਭਾਸ਼ਣ 'ਚ ਕਿਹਾ ਸੀ ਕਿ ਦੇਸ਼ ਦੇ ਸੂਬੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘਟਾਉਣ, ਲੋਕਾਂ ਤੇ ਭਾਰ ਘਟਾਉਣ। ਹੁਣ ਉਦੋਂ ਮੋਦੀ ਸਾਹਿਬ ਨੇ ਕਿਹਾ, ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੀ ਸਰਕਾਰ ਤੇ ਮੋਦੀ ਸਾਹਿਬ ਦੇ ਇਸ ਭਾਸ਼ਣ ਦਾ ਅਸਰ ਹੋਇਆ। ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਨਾ ਪੈਟਰੋਲ ਘਟਾਇਆ ਨਾ ਡੀਜ਼ਲ। ਚਰਨਜੀਤ ਚੰਨੀ 10 ਰੁਪਏ ਘਟਾ ਗਏ ਸੀ ਚੋਣਾਂ ਤੋਂ ਪਹਿਲਾਂ, ਹੁਣ ਲਗਾਤਾਰ ਚੋਣਾਂ ਤੋਂ ਬਾਅਦ ਪੈਟਰੋਲ ਤੇ ਡੀਜ਼ਲ ਦਾ ਮੁੱਲ ਵੱਧ ਰਿਹਾ ਸੀ। 100 ਰੁਪਏ ਦੇ ਕਰੀਬ ਹੈ ਪੰਜਾਬ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ। ਹੁਣ ਥੋੜਾ ਬਹੁਤਾ ਘੱਟ ਵੱਧ ਵੀ ਹੋ ਸਕਦਾ। ਹੁਣ ਸਵਾਲ ਇੱਥੇ ਇਹ ਹੈ ਹਰਜੋਤ ਜੀ ਕਿ ਨਰਿੰਦਰ ਮੋਦੀ ਉਹਨਾਂ ਨੇ 7 ਰੁਪਏ ਤਾਂ ਡੀਜ਼ਲ ਘਟਾ ਦਿੱਤਾ, 9.5 ਰੁਪਏ ਪੈਟਰੋਲ, ਔਰ ਇਹ ਐਡੀ ਵੱਡੀ ਇੱਕ ਸੰਤੁਸ਼ਟੀ ਹੈ ਲੋਕਾਂ ਦੇ ਲਈ। ਮੈਨੂੰ ਲੱਗਦਾ ਅੱਜ ਦੇ ਸਮੇਂ ਇਸ ਤੋਂ ਵੱਡਾ ਤੋਹਫਾ ਨਹੀਂ ਹੋ ਸਕਦਾ। ਇਹਦੇ ਨਾਲ ਪਿਛਲੇ ਕੁਝ ਦਿਨਾਂ 'ਚ ਮਹਿੰਗਾਈ ਦਾ ਇੰਡੈਕਸ ਵਧਿਆ, ਮਹਿੰਗਾਈ ਦਰ ਬਹੁਤ ਜ਼ਿਆਦਾ ਵਧੀ ਸੀ, ਹਰ ਚੀਜ਼ ਮਹਿੰਗੀ, ਸਬਜ਼ੀਆਂ ਮਹਿੰਗੀਆਂ, ਖਾਣ ਪੀਣ ਦਾ ਸਮਾਨ ਮਹਿੰਗਾ, ਬਿਜਲੀ ਦੇ ਉਤਪਾਦ ਮਹਿੰਗੇ, ਪੱਖੇ ਮਹਿੰਗੇ, ਪੱਖੀਆਂ ਮਹਿੰਗੀਆਂ, ਸਭ ਕੁਝ ਮਹਿੰਗਾ ਹੋ ਗਿਆ। ਹੁਣ ਉਹਨਾਂ ਨੇ ਪੈਟਰੋਲ ਡੀਜ਼ਲ ਘਟਾਇਆ, ਉਜਵਲਾ ਯੋਜਨਾ ਦੇ ਤਹਿਤ 200 ਰੁਪਏ ਸਿਲੰਡਰ ਦੇ ਘਟਾਏ, ਲਗਭਗ 9,000 ਕਰੋੜ ਪਰਿਵਾਰਾਂ ਨੂੰ ਇਹਦੇ ਨਾਲ, ਮਾਫ ਕਰਨਾ, 9 ਕਰੋੜ ਪਰਿਵਾਰਾਂ ਨੂੰ ਇਹਦੇ ਨਾਲ ਹੈ ਜਿਹੜਾ ਉਹ ਇੱਕ ਰਿਲੀਫ ਮਿਲਣਾ। ਇਹ ਆਪਣੇ ਆਪ ਦੇ ਵਿੱਚ ਇੱਕ ਇਹ ਵੱਡਾ ਫੈਸਲਾ ਸਰਕਾਰ ਦਾ। ਹੁਣ ਅਗਰ ਭਗਵੰਤ ਮਾਨ ਡਿਲੀਵਰ ਕਰ ਰਹੇ ਨੇ
ਤੇ ਬੀਜੇਪੀ ਵੀ ਡਿਲੀਵਰ ਕਰ ਰਹੀ ਹੈ। ਔਰ ਬੀਜੇਪੀ ਨੇ ਜਿਹੜਾ ਵੱਡਾ ਸਿਆਸੀ ਪੱਤਾ ਖੇਡਿਆ, ਜਿੱਦਾਂ ਹੀ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਘਟਾਈਆਂ, ਬੀਜੇਪੀ ਨੇ ਹਰ ਸਟੇਟ ਦੇ ਵਿੱਚ ਇਹ ਆਵਾਜ਼ ਬੁਲੰਦ ਕਰਤੀ ਕਿ ਹੁਣ ਸੂਬੇ ਘਟਾਉਣ। ਹੁਣ ਅਨਿਲ ਸਰੀਨ ਨੇ, ਭਾਰਤੀ ਜਨਤਾ ਪਾਰਟੀ ਦੇ ਮੁੱਖ ਬੁਲਾਰੇ ਨੇ, ਉਹਨਾਂ ਦਾ ਤੁਰੰਤ ਵੀਡੀਓ ਬਿਆਨ ਆ ਗਿਆ, ਜਿਵੇਂ ਭਗਵੰਤ ਮਾਨ ਉਹਨਾਂ ਦੀ ਵੀਡੀਓ ਆਉਂਦੀ ਹੁੰਦੀ ਹੈ। ਉਹ ਕਹਿੰਦੇ ਵੀ ਹੁਣ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ, ਪੰਜਾਬ ਸਰਕਾਰ ਪੈਟਰੋਲ ਤੋਂ ਵੈਟ ਘਟਾਵੇ ਤੇ ਲੋਕਾਂ ਨੂੰ ਸਹੂਲਤ ਦੇਵੇ। ਵੈਸੇ ਗੱਲ ਉਹਨਾਂ ਦੀ ਜਾਇਜ਼ ਹੈ। ਹੁਣ ਆਮ ਆਦਮੀ ਪਾਰਟੀ ਵਾਲੇ ਹਰ ਰੋਜ਼ ਕਹਿ ਦਿੰਦੇ ਨੇ ਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਬਹੁਤ ਵੱਧ ਨੇ, ਮੋਦੀ ਸਾਹਿਬ ਘਟਾਓ। ਹੁਣ ਆਮ ਆਦਮੀ ਪਾਰਟੀ ਵਾਲੇ ਇਹ ਘਟਾ ਨਹੀਂ ਰਹੇ। ਹੁਣ ਦੇਖੋ, ਡਿਸਪਲਿਨ ਤਾਂ ਹੋਣਾ ਚਾਹੀਦਾ। ਜਦੋਂ ਕੈਪਟਨ ਅਮਰਿੰਦਰ ਦੀ ਸਰਕਾਰ ਸੀ ਜਾਂ ਚਰਨਜੀਤ ਚੰਨੀ ਦੀ ਸਰਕਾਰ ਸੀ, ਉਦੋਂ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸੀ ਚਰਨਜੀਤ ਚੰਨੀ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਘਟਾਉਣ, ਕੈਪਟਨ ਅਮਰਿੰਦਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਘਟਾਉਣ। ਹੁਣ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਵੀ ਕੇਂਦਰ ਘਟਾਵੇ, ਹੋਰ ਘਟਾ ਦੇ ਕੇਂਦਰ। ਇਹਦਾ ਮਤਲਬ ਹੈ ਜਾਂ ਤਾਂ ਆਮ ਆਦਮੀ ਪਾਰਟੀ ਨੇ ਪਹਿਲਾਂ ਕਦੀ ਵੀ ਚਰਨਜੀਤ ਚੰਨੀ ਤੋਂ ਜਾਂ ਕੈਪਟਨ ਅਮਰਿੰਦਰ ਤੋਂ ਮੰਗ ਨਾ ਕੀਤੀ ਹੁੰਦੀ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਘਟਾਉਣ ਦੀ, ਫਿਰ ਤਾਂ ਗੱਲ ਸਮਝ ਆਉਂਦੀ ਸੀ। ਪਰ ਹੁਣ ਲੋਕ ਮੰਗਣਗੇ, ਉਹਨਾਂ ਤੋਂ ਸਵਾਲ ਕਰਨਗੇ। ਬੀਜੇਪੀ ਨੇ ਵੀ ਕੀਤਾ, ਹੋ ਸਕਦਾ ਹੈ ਕੋਈ ਕਾਂਗਰਸ ਦੇ ਲੀਡਰ ਵੀ ਕਰਨ ਇਹਦੇ ਤੇ ਸਵਾਲ। ਟਵੀਟ ਟਵੂਟ ਦੇ ਨਾਲ ਇਕੱਲੇ ਨਾਲ ਗੱਲ ਨਹੀਂ ਬਣਦੀ। ਟਵੀਟ ਤਾਂ ਮਾਡਰਨ ਸਿਆਸਤ ਹੈ। ਟਵੀਟ ਤੋਂ ਇਲਾਵਾ ਵੀ ਜ਼ਮੀਨ ਤੇ ਵੀ ਉਤਰਨਾ ਬਹੁਤ ਜ਼ਰੂਰੀ ਹੈ ਇਹਨਾਂ ਮਸਲਿਆਂ ਦੇ ਉੱਤੇ। ਹੁਣ ਸਵਾਲ ਇਹ ਹੈ ਵੀ ਕੀ ਭਗਵੰਤ ਮਾਨ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਘਟਾਉਣਗੇ? ਜੇ ਨਹੀਂ ਘਟਾਉਂਦੇ ਤੇ ਪੰਜਾਬ 'ਚ ਬੀਜੇਪੀ ਇਸ ਮਸਲੇ ਤੇ ਲਹਿਰ ਬਣਾਏਗੀ, ਦਬਾਅ ਬਣਾਏਗੀ, ਔਰ ਇੱਕ ਮੌਕਾ ਬੀਜੇਪੀ ਕੋਲੇ ਆ ਗਿਆ। ਪੰਜਾਬ ਭਰ 'ਚ ਬੀਜੇਪੀ ਅੰਦੋਲਨ ਛੇੜੇਗੀ ਕਿ ਭਗਵੰਤ ਮਾਨ ਸਾਹਿਬ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘਟਾਓ। ਔਰ ਜੇ ਭਗਵੰਤ ਮਾਨ ਦੀ ਸਰਕਾਰ ਪੈਟਰੋਲ ਡੀਜ਼ਲ ਦੀ ਕੀਮਤ ਨਹੀਂ ਘਟਾਏਗੀ ਤੇ ਲੋਕ ਵੀ ਮੰਗ ਕਰਨਗੇ ਵੀ ਭਗਵੰਤ ਮਾਨ ਸਾਹਿਬ ਕੁਛ ਤਾਂ ਘਟਾਓ। ਜੇ 7 ਰੁਪਏ ਮੋਦੀ ਸਾਹਿਬ ਨੇ ਪੈਟਰੋਲ ਘਟਾਤਾ, ਤੁਸੀਂ 5 ਰੁਪਏ ਹੀ ਘਟਾ ਦਿਓ। ਜੇ ਮੋਦੀ ਸਾਹਿਬ ਨੇ 10 ਰੁਪਏ ਡੀਜ਼ਲ, 9.5 ਡੀਜ਼ਲ ਘਟਾਤਾ, ਤੁਸੀਂ 6-7 ਰੁਪਏ ਘਟਾ ਦਿਓ। ਔਰ ਉਹਦਾ ਸਾਡੇ ਕਿਸਾਨਾਂ ਨੂੰ ਵੀ ਫਾਇਦਾ ਹੋਏਗਾ, ਕਿਉਂਕਿ ਝੋਨਾ ਲੱਗਣਾ ਡੀਜ਼ਲ ਨਾਲ ਹੀ ਹੈ। ਜਿੱਦਾਂ ਹੀ ਹੁਣ ਤੁਸੀਂ ਦੇਖਿਓ, ਅੱਜ ਸ਼ੁਰੂ ਹੋ ਗਿਆ ਕੰਮ। ਜਿੱਦਾਂ ਹੀ ਝੋਨੇ ਨੂੰ ਬੀਜਣ ਦਾ ਕੰਮ ਸ਼ੁਰੂ ਹੋਣਾ ਹੈ, ਲਗਾਤਾਰ ਪੰਜਾਬ ਦੇ ਕਿਸਾਨਾਂ ਨੂੰ ਡੀਜ਼ਲ ਬਾਲਣਾ ਪੈਣਾ। ਇਸ ਕਰਕੇ, ਕਿਉਂਕਿ ਲਗਾਤਾਰ ਨਾ ਬਿਜਲੀ ਮਿਲਣੀ ਹੈ, ਨਾ ਪਾਣੀ ਉਸ ਤੋਂ ਬਿਨਾਂ ਉਪਲਬਧ ਹੋਣਾ ਹੈ। ਡੀਜ਼ਲ ਬਲਣਾ ਹੀ ਬਲਣਾ ਹੈ ਪੰਜਾਬ ਦੇ ਵਿੱਚ, ਔਰ ਕਿਸਾਨ ਵੀ ਮੰਗ ਕਰਨਗੇ ਆਉਂਦੇ ਦਿਨਾਂ 'ਚ। ਸੋ ਇੱਕ ਤਰੀਕੇ ਨਾਲ ਜਿਹੜੀ ਹਜੇ ਤੱਕ ਭਗਵੰਤ ਮਾਨ ਸਰਕਾਰ ਦੀ ਇੱਕ ਬਿਨਾਂ ਮੁਕਾਬਲੇ ਦੀ ਗੱਲ ਚੱਲ ਰਹੀ ਸੀ, ਕੋਈ ਵਿਰੋਧੀ ਧਿਰ 'ਚ ਇਸ ਵਕਤ ਮਜ਼ਬੂਤ ਨਹੀਂ ਸੀ, ਤੇ ਹੁਣ ਬੀਜੇਪੀ ਨੇ ਬਰਾਬਰ ਦਾ ਕੰਮ ਕਰਤਾ। ਹੁਣ ਦੇਖੋ, ਪੰਜਾਬ ਸਰਕਾਰ ਕਹਿ ਰਹੀ ਸੀ ਅਸੀਂ ਐਮਐਸਪੀ ਦੇਵਾਂਗੇ, ਕੇਂਦਰ ਨੇ ਯੋਜਨਾ ਬਣਾਤੀ, ਕਹਿੰਦੇ ਅਸੀਂ ਐਮਐਸਪੀ ਦੇ ਉੱਤੇ ਕਣਕ ਚੱਕਾਂਗੇ। ਔਰ ਕਿੱਡਾ ਵੱਡਾ ਉਹਨਾਂ ਨੇ ਇਸ ਪੂਰੇ ਮਾਮਲੇ ਦੇ ਵਿੱਚ ਤੁਸੀਂ ਦੇਖੋ ਫੈਸਲਾ ਲਿਆ। ਮੇਰੇ ਕੋਲੇ ਸਾਰੀ ਡਿਟੇਲ ਰੱਖੀ ਹੈ। ਕਹਿੰਦੇ ਸੂਬਾ ਸਰਕਾਰ ਤੈਅ ਕਰੇਗੀ ਵੀ ਕਿਹੜੀ ਤਰੀਕ ਤੋਂ ਖਰੀਦਣੀ ਹੈ। ਹੁਣ ਇਹ ਪੰਜਾਬ ਲਈ ਕਿੱਡਾ ਵੱਡਾ ਤੋਹਫਾ ਨਰਿੰਦਰ ਮੋਦੀ ਉਹਨਾਂ ਦੀ ਸਰਕਾਰ ਨੇ ਦਿੱਤਾ। ਖਰੀਦ ਏਜੰਸੀਆਂ ਤੈਅ ਕਰਨਗੀਆਂ, ਜਿਹੜੇ ਰਜਿਸਟਰਡ ਕਿਸਾਨ ਹੈ ਸਿਰਫ ਉਹਨਾਂ ਤੋਂ ਖਰੀਦ ਹੋਏਗੀ। ਸੋ ਪੈਸਾ ਸਿੱਧਾ ਕਿਸਾਨਾਂ ਦੇ ਖਾਤੇ 'ਚ ਜਾਏਗਾ, ਔਰ 3 ਦਿਨਾਂ ਦੇ ਅੰਦਰ ਅੰਦਰ ਖਰੀਦਣ ਦੇ ਪ੍ਰੋਕਿਉਰਮੈਂਟ ਨਿਸ਼ਚਿਤ ਕਰਨੀ ਪਏਗੀ। ਹੁਣ ਇੱਕ ਵੱਡਾ ਸੁਨੇਹਾ ਜਿਹੜਾ ਮੋਦੀ ਸਾਹਿਬ ਨੇ ਦੇਣ ਦੀ ਕੋਸ਼ਿਸ਼ ਕੀਤੀ ਹੈ, ਜਿਹੜਾ ਕੰਮ ਨਾ ਕੈਪਟਨ ਅਮਰਿੰਦਰ ਸਿੰਘ ਕਰ ਸਕੇ, ਨਾ ਚਰਨਜੀਤ ਚੰਨੀ ਕਰ ਸਕੇ। ਹਾਲਾਂਕਿ ਨਵਜੋਤ ਸਿੰਘ ਸਿੱਧੂ ਦਾ ਸਭ ਤੋਂ ਪਹਿਲਾ ਐਲਾਨ ਸੀ ਕਿ ਅਸੀਂ ਦਾਲਾਂ, ਖਾਸ ਤੌਰ ਤੇ ਮੂੰਗੀ ਵਰਗੀਆਂ ਦਾਲਾਂ, ਅਸੀਂ ਐਮਐਸਪੀ ਤੇ ਚੱਕਾਂਗੇ। ਸਭ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਇਸ ਪੂਰੇ ਮਸਲੇ ਤੇ ਗੱਲ ਰੱਖੀ ਸੀ, ਪ੍ਰੈਸ ਕਾਨਫਰੰਸਾਂ ਕੀਤੀਆਂ ਸੀ। ਹੁਣ ਅੱਜ ਕਿਉਂਕਿ ਸੂਬਾ ਸਰਕਾਰ ਨੇ ਪਹਿਲ ਕੀਤੀ ਤੇ ਕੇਂਦਰ ਕਹਿ ਰਿਹਾ ਹੈ ਕਿ ਜੇ ਤੁਸੀਂ, ਅਸੀਂ ਨਾਲ ਖੜੇ ਹਾਂ। ਅੱਜ ਤੱਕ ਕਹਿੰਦੇ ਸੀ ਵੀ ਕਣਕ ਝੋਨੇ ਤੋਂ ਇਲਾਵਾ ਸੂਬਾ ਸਰਕਾਰ ਐਮਐਸਪੀ ਲਾ ਦਿੰਦੀ ਹੈ, ਚੱਕਦੀ ਨਹੀਂ। ਹੁਣ ਉਹ ਕਹਿੰਦੇ ਅਸੀਂ ਮੂੰਗੀ ਚੱਕਾਂਗੇ। ਔਰ ਮੈਨੂੰ ਇਹ ਲੱਗਦਾ ਕਿ 50,000 ਏਕੜ 'ਚ ਹਰਜੋਤ ਜੀ ਪੰਜਾਬ 'ਚ ਮੂੰਗੀ ਬੀਜੀ ਜਾਂਦੀ ਸੀ, ਹੁਣ ਵੱਧ ਗਈ, ਕਿਉਂਕਿ 55-60 ਦਿਨਾਂ 'ਚ ਇਹ ਸਾਰੀ ਫਸਲ ਤਿਆਰ ਹੋ ਜਾਂਦੀ ਹੈ। 97,000 ਏਕੜ ਦੇ ਅਨਅਫੀਸ਼ੀਅਲ ਡਾਟਾ ਨੇ ਲਗਭਗ 1 ਲੱਖ ਏਕੜ 'ਚ ਮੂੰਗੀ ਬੀਜੀ ਗਈ। ਔਰ ਜੇ ਪ੍ਰੋਕਿਉਰਮੈਂਟ ਹੋ ਗਈ ਪ੍ਰੋਪਰ ਤੇ ਅਗਲੀ ਵਾਰ ਵੀ ਬੀਜੀ ਜਾਣੀ ਹੈ। ਪਰ ਇਸ ਫੈਸਲੇ ਨਾਲ ਹੁਣ ਕਿਸਾਨ ਨੂੰ ਭਰੋਸਾ ਹੋ ਗਿਆ ਕਿ ਜੇ ਭਗਵੰਤ ਮਾਨ ਦੀ ਸਰਕਾਰ ਨੇ ਵਾਅਦਾ ਕੀਤਾ ਸੀ ਤੇ ਕੇਂਦਰ ਵਾਲਿਆਂ ਨੇ ਵੀ ਡੇਟ ਸ਼ੀਟ ਜਾਰੀ ਕਰਤੀ ਵੀ ਤੁਸੀਂ ਦਿਓ ਤਰੀਕ, ਅਸੀਂ ਚੱਕਾਂਗੇ। ਔਰ ਜਦੋਂ ਕੇਂਦਰ ਦਾਵਾ ਕਰਦਾ ਕਿ ਅਸੀਂ ਚੱਕ ਲਾਂਗੇ ਮੂੰਗੀ, ਤੇ ਮੂੰਗੀ ਦੀ ਫਸਲ ਨੂੰ ਉਤਸ਼ਾਹ ਮਿਲੂਗਾ। ਔਰ ਇਹਦੇ ਨਾਲ ਕੀ ਹੈ, ਇਹ ਜਿਹੜਾ ਕ੍ਰੈਡਿਟ ਹੈ ਐਮਐਸਪੀ ਦੇਣ ਦਾ ਫਸਲ ਤੇ,
ਜਿਹੜਾ ਸਾਨੂੰ ਲੱਗਦਾ ਸੀ ਕਿ ਇਕੱਲਾ ਭਗਵੰਤ ਮਾਨ ਹੋਣੀ ਲੈਣਗੇ, ਉਹਦੇ ਚ ਬੀਜੇਪੀ ਵੀ ਆ ਗਈ, ਵੰਡਿਆ ਗਿਆ। ਜਿਵੇਂ ਝੋਨਾ ਹੈ, ਸਰਕਾਰ ਮੰਡੀਆਂ ਦਾ ਪ੍ਰਬੰਧ ਕਰਦੀ ਹੈ ਤੇ ਕੇਂਦਰ ਵਾਲੀ ਚੱਕ ਲੈਂਦੀ ਹੈ। ਹੁਣ ਸੋ ਕੇਂਦਰ ਸਰਕਾਰ ਇਹਦੇ ਲਈ ਪੈਸਾ ਵੀ ਜਾਰੀ ਕਰੂਗੀ ਔਰ ਕੇਂਦਰ ਸਰਕਾਰ ਮੂੰਗੀ ਚੱਕੂਗੀ। ਹੁਣ ਇਹਦਾ ਮਤਲਬ ਕੀ ਹੈ ਕਿ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅਨੁਸਾਰ ਜਾਂ ਮੁਕਾਬਲੇ ਚ ਕੰਮ ਕਰ ਰਹੀ ਹੈ। ਹੁਣ ਇਹਦੇ ਚ ਪੰਜਾਬ ਨੂੰ ਫਾਇਦਾ ਹੈ, ਇਹਦੇ ਚ ਪੰਜਾਬ ਨੂੰ ਫਾਇਦਾ ਹੈ। ਜਿੰਨਾ ਕੰਮ ਭਗਵੰਤ ਮਾਨ ਕਰਨਗੇ ਉਸੇ ਤਰਜ਼ ਤੇ ਬੀਜੇਪੀ ਪੰਜਾਬ ਚ ਕੰਮ ਕਰੂਗੀ ਔਰ ਉਹਦੇ ਨਾਲ ਪੰਜਾਬੀਆਂ ਦਾ ਭਲਾ ਹੋਊਗਾ। ਸੋ ਅਕਾਲੀ ਦਲ ਔਰ ਕਾਂਗਰਸ ਇਸ ਵਕਤ ਮੈਨੂੰ ਇਹ ਲੱਗਦਾ ਹੈ ਕਿ ਉਹ ਰੇਸ ਤੋਂ ਬਾਹਰ ਦਿਖ ਰਹੇ ਨੇ ਔਰ ਮੁੱਖ ਮੁਕਾਬਲਾ ਬੀਜੇਪੀ ਔਰ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਹੈ। ਹੁਣ ਇਹ ਅੱਜ ਦੀਆਂ ਸਥਿਤੀਆਂ ਨੇ। ਜਦੋਂ ਨਵਜੋਤ ਸਿੰਘ ਸਿੱਧੂ ਜੇਲ੍ਹ ਕੱਟ ਕੇ ਆਉਣਗੇ ਉਦੋਂ ਤੱਕ ਭਗਵੰਤ ਮਾਨ ਸਰਕਾਰ ਦੀ ਪਰਫਾਰਮੈਂਸ ਤੇ ਲੈ ਕੀ ਰਹੇਗੀ, ਭਾਰਤੀ ਜਨਤਾ ਪਾਰਟੀ ਦੀ ਪਰਫਾਰਮੈਂਸ ਤੇ ਲੈ ਕੀ ਰਹੇਗੀ, ਤੇ ਜਿਹੜੇ ਨਵੇਂ ਲੀਡਰ ਸ਼ਾਮਿਲ ਕੀਤੇ ਨੇ ਸੁਨੀਲ ਜਾਖੜ, ਉਹ ਉਪ ਚੋਣ ਜਦੋਂ ਹੋਣੀ ਹੈ ਹੁਣ ਸਤੰਬਰ ਤੱਕ ਉਮੀਦ ਹੈ ਕਿ ਉਪ ਚੋਣ ਹੋ ਜਾਏਗੀ ਜਿਹੜੀ ਸੰਗਰੂਰ ਵਾਲੀ ਹੈ। ਹੁਣ ਸੰਗਰੂਰ ਵਾਲੀ ਜ਼ਿਮਨੀ ਚੋਣ ਦਾ ਜਿਹੜਾ ਰਿਜ਼ਲਟ ਹੈ ਉਹਦੇ ਚ ਸੁਨੀਲ ਜਾਖੜ ਸਾਹਿਬ ਕਿੰਨਾ ਕੁ ਪ੍ਰਭਾਵ ਪਾ ਸਕਦੇ ਨੇ, ਬੀਜੇਪੀ ਨੂੰ ਕਿੰਨਾ ਕੁ ਫਾਇਦਾ ਆਉਂਦਾ ਹੈ, ਕੀ ਸੁਨੀਲ ਜਾਖੜ ਸਾਹਿਬ ਆਪ ਚੋਣ ਲੜ ਲੈਣਗੇ? ਕਿਉਂਕਿ ਹਰਜੋਤ ਜੀ ਇਹ ਵੀ ਸੰਭਾਵਨਾਵਾਂ ਨੇ ਕਿ ਬੀਜੇਪੀ ਸੁਨੀਲ ਜਾਖੜ ਉਹਨਾਂ ਨੂੰ ਤਾਕਤ ਦੇਗੀ। ਤਾਕਤ ਕਿਸ ਰੂਪ ਚ ਦੇਗੀ? ਕੀ ਉਹਨਾਂ ਨੂੰ ਰਾਜ ਸਭਾ ਚ ਭੇਜੇਗੀ ਜਾਂ ਉਹਨਾਂ ਨੂੰ ਕੋਈ ਸੰਗਠਨ ਚ ਵੱਡਾ ਅਹੁਦਾ ਦੇਗੀ ਜਾਂ ਉਹਨਾਂ ਨੂੰ ਸਿੱਧਾ ਚੋਣ ਮੈਦਾਨ ਚ ਉਤਾਰ ਦੇਗੀ? ਕੀ ਸੁਨੀਲ ਜਾਖੜ ਦਾ ਸਿਆਸੀ ਕੱਦ ਟੈਸਟ ਕਰਨ ਲਈ ਬੀਜੇਪੀ ਉਹਨਾਂ ਨੂੰ ਸਿੱਧਾ ਸੰਗਰੂਰ ਚ ਉਤਾਰ ਦੇਗੀ? ਕਿਉਂਕਿ ਬੀਜੇਪੀ ਸ਼ੁੱਧ ਤੌਰ ਤੇ ਸੁਨੀਲ ਜਾਖੜ ਨੂੰ ਇੱਕ ਗੈਰ ਸਿੱਖ ਚਿਹਰੇ ਦੇ ਤੌਰ ਤੇ, ਮਜ਼ਬੂਤ ਲੀਡਰ ਦੇ ਤੌਰ ਤੇ ਉਭਰਿਆ ਹੋਇਆ ਦੇਖਣਾ ਚਾਹੁੰਦੀ ਹੈ ਜਾਂ ਹੋਰ ਉਭਾਰਨਾ ਚਾਹੁੰਦੀ ਹੈ? ਜੀ ਸੁਨੀਲ ਜਾਖੜ ਦਾ ਕਾਂਗਰਸ ਚ ਕੱਦ ਚੰਗਾ ਸੀ ਪਰ ਕੈਪਟਨ ਅਮਰਿੰਦਰ ਦੇ ਨਾਲ ਉਹਨਾਂ ਦੀ ਨੇੜਤਾ ਰਹੀ। ਇੰਨਾ ਜ਼ਿਆਦਾ ਸੁਨੀਲ ਜਾਖੜ ਕੈਪਟਨ ਅਮਰਿੰਦਰ ਦੇ ਹੁੰਦੇ ਕੰਮ ਨਹੀਂ ਕਰ ਸਕੇ। ਇਹ ਵੀ ਪਿੱਛੇ ਜੇ ਚਰਚਾਵਾਂ ਰਹੀਆਂ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਗਏ ਸੀ, ਉਹਨਾਂ ਦਾ ਮੋਬਾਈਲ ਰਖਾ ਲਿਆ ਸੀ। ਇਸ ਚੀਜ਼ ਨੇ ਵੀ ਉਹਨਾਂ ਦੀ ਜਿਹੜੀ ਪੋਲੀਟੀਕਲ ਇਮੇਜ ਹੈ ਉਹਦੇ ਤੇ ਸੱਟ ਮਾਰੀ ਸੀ। ਹਾਲਾਂਕਿ ਜਦੋਂ ਮੁੱਖ ਮੰਤਰੀ ਬਣਦੇ ਰਹਿ ਗਏ ਤੇ ਲੋਕਾਂ ਦੀ ਹਮਦਰਦੀ ਸੁਨੀਲ ਜਾਖੜ ਨਾਲ ਆਈ ਸੀ ਔਰ ਦੁਬਾਰਾ ਸੁਨੀਲ ਜਾਖੜ, ਮੈਨੂੰ ਇਹ ਲੱਗਦਾ ਜਦੋਂ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ, ਜਿਵੇਂ ਉਹ ਦਾਵਾ ਕਰਦੇ ਨੇ ਕਿ ਮੈਨੂੰ ਇੰਨੀਆਂ ਵੋਟਾਂ ਪਈਆਂ ਸੀ, ਨਾ ਬਣਾਏ ਜਾਣ ਤੋਂ ਬਾਅਦ ਸੁਨੀਲ ਜਾਖੜ ਦਾ ਕੱਦ ਆਮ ਲੋਕਾਂ 'ਚ ਵਧਿਆ ਸੀ। ਪਰ ਜਿਹੜੀ ਤਿੰਨ ਮੈਂਬਰੀ ਜਿਹੜੀ ਤਿੰਨ ਚਿਹਰੇ ਕਾਂਗਰਸ ਨੇ ਪੋਸਟਰ ਲਾਏ ਸੀ, ਨਵਜੋਤ ਸਿੰਘ ਸਿੱਧੂ, ਚਰਨਜੀਤ ਚੰਨੀ ਤੇ ਸੁਨੀਲ ਜਾਖੜ, ਉਹਦੇ 'ਚ ਵੀ ਸੁਨੀਲ ਜਾਖੜ, ਚੰਨੀ ਜਾਂ ਸਿੱਧੂ ਇੱਕ ਬਰਾਬਰੀ ਤੇ ਡਿਫਰੈਂਸ ਆਫ ਪੋਲੀਟੀਕਲ ਅਪਰੋਚ ਨਾਲ ਨਜ਼ਰ ਆਏ ਸੀ, ਵਿਚਾਰਾਂ ਦੇ ਵਖਰੇਵਿਆਂ ਨਾਲ ਨਜ਼ਰ ਆਏ ਸੀ। ਕਿਉਂਕਿ ਚੋਣਾਂ ਤੋਂ ਪਹਿਲਾਂ ਤਾਂ ਜਾਖੜ ਸਾਹਿਬ ਨੂੰ ਨਵਜੋਤ ਸਿੰਘ ਸਿੱਧੂ ਵੀ ਇੰਨੇ ਪਸੰਦ ਨਹੀਂ ਸੀ, ਪਰ ਬਾਅਦ 'ਚ ਜ਼ਿਆਦਾ ਪਸੰਦ ਆਏ। ਪਹਿਲਾਂ ਚੰਨੀ ਪਸੰਦ ਸੀ, ਬਾਅਦ 'ਚ ਉਹ ਬਿਲਕੁਲ ਹੀ ਨਹੀਂ ਪਸੰਦ ਆਈ ਚਰਨਜੀਤ ਚੰਨੀ। ਕਿਉਂ? ਉਹ ਇਸ ਕਰਕੇ ਨਹੀਂ ਆਏ ਕਿਉਂਕਿ ਕਾਂਗਰਸ ਦੀ ਹਾਈ ਕਮਾਂਡ ਤੋਂ ਨਾਰਾਜ਼ਗੀ ਹੋ ਗਈ ਸੁਨੀਲ ਜਾਖੜ ਉਹਨਾਂ ਨੂੰ। ਪਰ ਲੀਡਰ ਵੱਡੇ ਨੇ, ਇਹਦੇ 'ਚ ਕੋਈ ਦੋ ਰਾਏ ਨਹੀਂ। ਉਹਨਾਂ ਦੇ ਪਰਿਵਾਰ ਦਾ ਪਿਛੋਕੜ, ਉਹਨਾਂ ਦੇ ਪਿਤਾ ਜੀ ਵੱਡੇ ਅਹੁਦਿਆਂ ਤੇ ਰਹੇ। ਸੁਨੀਲ ਜਾਖੜ ਗੁਰਦਾਸਪੁਰੋਂ ਜਿੱਤੇ, ਇੱਕ ਵਾਰੀ ਹਾਰੇ, ਵਿਧਾਇਕ ਵੀ ਰਹੇ 2 ਵਾਰ 3 ਵਾਰ। ਹੁਣ ਸਵਾਲ ਇਹ ਹੈ 2 ਜਾਂ 3 ਵਾਰ, ਮੈਨੂੰ ਮੁਕੰਮਲ ਇਹਦੀ ਜਾਣਕਾਰੀ ਹਲੇ ਨਹੀਂ ਹੈ। ਹੁਣ ਸਵਾਲ ਇਹ ਹੈ ਹਰਜੋਤ ਜੀ ਕਿ ਕੀ ਸੁਨੀਲ ਜਾਖੜ ਨੂੰ ਭਾਰਤੀ ਜਨਤਾ ਪਾਰਟੀ ਸੰਗਰੂਰ 'ਚ ਲੜਾਏਗੀ ਜਾਂ ਉਹਨਾਂ ਦੀ ਅਗਵਾਈ 'ਚ ਚੋਣ ਲੜੇਗੀ ਤੇ ਉਹਨਾਂ ਨੂੰ ਆਉਣ ਵਾਲੇ ਸਮੇਂ 'ਚ ਗੁਰਦਾਸਪੁਰ ਤੋਂ ਲੜਾਏਗੀ? ਕਿਉਂਕਿ ਗੁਰਦਾਸਪੁਰ 'ਚ ਵੀ ਭਾਰਤੀ ਜਨਤਾ ਪਾਰਟੀ ਕੋ ਉਮੀਦਵਾਰ ਨਹੀਂ ਹੈ। ਕਿਉਂਕਿ ਸਨੀ ਦਿਓਲ ਅਗਰ ਇਸ ਵਾਰ ਗੁਰਦਾਸਪੁਰ ਆਉਣਗੇ ਤੇ ਜਿਹੜੇ ਪਿਛਲੇ ਕੀਤੇ ਵਾਅਦੇ ਆ ਲੋਕਾਂ ਨੇ ਹਿਸਾਬ ਮੰਗਣਾ। ਮੈਨੂੰ ਲੱਗਦਾ ਚੁਣੌਤੀਪੂਰਵਕ ਰਹੂਗਾ ਸਨੀ ਦਿਓਲ ਦੇ ਲਈ। ਇਹ ਹੋ ਸਕਦਾ ਬੀਜੇਪੀ ਉਹਨਾਂ ਦਾ ਹਲਕਾ ਬਦਲ ਦੇ, ਵੀ ਇਸ ਵਾਰ ਪੰਜਾਬ ਤੋਂ ਜਿਤਾਏ ਸੀ, ਅਗਲੀ ਵਾਰੀ ਬੀਜੇਪੀ ਸਨੀ ਦਿਓਲ ਉਹਨਾਂ ਨੂੰ ਮਹਾਰਾਸ਼ਟਰ ਤੋਂ ਹੀ ਕਿਤੇ ਉਤਾਰ ਦੇ, ਮੁੰਬਈ ਤੋਂ ਹੀ ਉਤਾਰ ਦੇ, ਵੀ ਨਾਲੇ ਫਿਲਮਾਂ ਬਣਾਈ ਚੱਲੋ ਇੱਥੇ ਤੇ ਨਾਲੇ ਇੱਥੇ ਤੁਸੀਂ ਸਿਆਸਤ ਕਰੋ। ਇਹ ਵੀ ਹੋ ਸਕਦਾ। ਪਰ ਸੁਨੀਲ ਜਾਖੜ ਦੇ ਬੀਜੇਪੀ ਚ ਆਉਣ ਦੇ ਨਾਲ ਔਰ ਨਵਜੋਤ ਸਿੰਘ ਸਿੱਧੂ ਦੇ ਜੇਲ੍ਹ 'ਚ ਚਲੇ ਜਾਣ ਨਾਲ, ਦੇਖੋ ਇਹ ਬੜਾ ਵਿਚਿੱਤਰ ਸੰਜੋਗ ਹੈ ਕਿ ਜਿਸ ਦਿਨ ਸੁਨੀਲ ਜਾਖੜ ਬੀਜੇਪੀ 'ਚ ਸ਼ਾਮਿਲ ਹੁੰਦੇ ਨੇ ਉਸੇ ਦਿਨ ਨਵਜੋਤ ਸਿੰਘ ਸਿੱਧੂ ਨੂੰ ਸਜ਼ਾ ਸੁਣਾਈ ਜਾਂਦੀ ਹੈ। ਕਾਂਗਰਸ ਨੂੰ ਇੱਕੋ ਦਿਨ 'ਚ ਐਡੇ ਵੱਡੇ ਝਟਕੇ ਲੱਗੇ ਕਿ ਕਾਂਗਰਸ ਨੂੰ, ਮੈਨੂੰ ਇਹ ਲੱਗਦਾ ਕਿ ਸਮਝ ਹੀ ਨਹੀਂ ਆਇਆ ਵੀ ਅਸੀਂ ਕੀ ਕਰੀਏ। ਤੇ ਫਿਰ ਅਗਲੇ ਦਿਨ ਜਦੋਂ ਨਵਜੋਤ ਸਿੰਘ ਸਿੱਧੂ ਸਰੈਂਡਰ ਕਰਨ ਚੱਲੇ ਸੀ, ਥੋੜੀ ਦੇਰ ਪਹਿਲਾਂ ਬੀਬੀ ਪ੍ਰਿੰਕਾ ਗਾਂਧੀ ਦਾ ਫੋਨ ਆਇਆ, ਮੀਡੀਆ 'ਚ ਕਿਹਾ, ਮੀਡੀਆ 'ਚ ਆਈ ਇਹ ਗੱਲ
ਵੀ ਅਸੀਂ ਤੁਹਾਡੇ ਨਾਲ ਆ। ਸੋ ਜਿਹੜੇ ਉਹ 24 ਘੰਟੇ ਸੀ, ਜਦੋਂ ਨਵਜੋਤ ਸਿੰਘ ਸਿੱਧੂ ਨੂੰ ਕੋਈ ਮੁਸੀਬਤ ਦੇ ਵਕਤ ਰਾਹਤ ਦੇਣ ਵਾਲਾ ਬਿਆਨ ਚਾਹੀਦਾ ਸੀ ਤੇ ਉਹ ਉਦੋਂ ਚਾਹੀਦਾ ਸੀ। ਤੇ ਕਾਂਗਰਸ ਦੇ ਕਈ ਲੀਡਰਾਂ ਨੇ ਤਾਂ ਇਸ ਮੁੱਦੇ ਨੂੰ ਉਵੇਂ ਘੜਿਆ ਜਿਵੇਂ ਅਸੀਂ ਪਿੰਡਾਂ 'ਚ ਗੁੱਲੀ ਡੰਡੇ ਦਾ ਮੈਚ ਖੇਡਣ ਤੋਂ ਪਹਿਲਾਂ ਗੁੱਲੀ ਘੜਦੇ ਸੀ। ਸੋ ਖੂਬ ਵਿਰੋਧੀ ਇਲਜ਼ਾਮ ਲੱਗੇ ਨਵਜੋਤ ਸਿੰਘ ਸਿੱਧੂ ਤੇ। ਉਹ ਠੀਕ ਹੈ, ਨਵਜੋਤ ਸਿੰਘ ਸਿੱਧੂ ਜਾਣ ਤੋਂ ਪਹਿਲਾਂ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਕੇ ਗਏ, ਪਰ ਕਾਂਗਰਸ ਨੂੰ ਬਹੁਤ ਵੱਡਾ ਨੁਕਸਾਨ ਹੈ ਸੁਨੀਲ ਜਾਖੜ ਦੇ ਜਾਣ ਦਾ ਔਰ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਜੇਲ੍ਹ ਜਾਣ ਦਾ। ਇਹ ਇਸ ਤਰ੍ਹਾਂ ਜਿਵੇਂ ਹਵਾ 'ਚ ਉੱਡਦੇ ਗਵਾਰੇ 'ਚੋਂ ਹਵਾ ਨਿਕਲਣੀ ਸ਼ੁਰੂ ਹੋ ਜੇ। ਪਰ ਹਾਲ ਦੀ ਘੜੀ ਅਕਾਲੀ ਦਲ ਤੇ ਕਾਂਗਰਸ ਮੈਨੂੰ ਤਾਂ ਪਿੱਛੇ ਲੱਗ ਰਹੇ ਨੇ, ਮੈਨੂੰ ਕੋਈ ਐਡੇ ਮੁਕਾਬਲੇ 'ਚ ਨਜ਼ਰ ਨਹੀਂ ਆਉਂਦੇ। ਸੋ ਹੁਣ ਇਹ ਉਦੋਂ ਤੱਕ ਦੀਆਂ ਸਥਿਤੀਆਂ ਨੇ ਜਦੋਂ ਤੱਕ ਨਵਜੋਤ ਸਿੰਘ ਸਿੱਧੂ ਜੇਲ੍ਹ 'ਚ ਨੇ ਔਰ ਜ਼ਿਮਨੀ ਚੋਣ ਨਹੀਂ ਹੋ ਜਾਂਦੀ। ਅਗਰ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਦੇ ਮੁਕਾਬਲੇ ਜ਼ਿਮਨੀ ਚੋਣ 'ਚ ਮੁਕਾਬਲਾ ਨਹੀਂ ਕਰ ਪਾਉਂਦੀ, ਜੇ ਬੀਜੇਪੀ ਜਿੱਤ ਗਈ ਤਾਂ 2024 ਤੋਂ ਪਹਿਲਾਂ ਬੀਜੇਪੀ ਆਪਣਾ ਵੱਡਾ ਮੈਦਾਨ ਤਿਆਰ ਕਰ ਲੂ, ਫਿਰ ਕੋਈ ਨਹੀਂ ਰੋਕ ਸਕਦੀ। ਜੇ ਬੀਜੇਪੀ ਹਾਰ ਗਈ ਤੇ ਤੀਜੇ ਚੌਥੇ ਨੰਬਰ ਤੇ ਰਹੀ ਤੇ ਫਿਰ ਬੀਜੇਪੀ ਨੂੰ ਬਹੁਤ ਮਿਹਨਤ ਕਰਨ ਦੀ ਲੋੜ ਪੈਣੀ ਹੈ। ਪਰ ਮੈਨੂੰ ਇਹ ਲੱਗਦਾ ਹੈ ਕਿ ਬੀਜੇਪੀ ਆਮ ਆਦਮੀ ਪਾਰਟੀ ਦੇ ਨਾਲ ਸੰਗਰੂਰ ਦੇ ਉਪ ਚੋਣਾਂ ਦੇ ਵਿੱਚ ਪੂਰੇ ਮੁਕਾਬਲੇ 'ਚ ਰਹੂਗੀ। ਕਾਂਗਰਸ ਔਰ ਅਕਾਲੀ ਦਲ ਮੈਨੂੰ ਲੱਗਦਾ ਪਿੱਛੇ ਰਹਿਣਗੇ। ਸੋ ਮੁਕਾਬਲਾ ਆਮ ਆਦਮੀ ਪਾਰਟੀ ਔਰ ਬੀਜੇਪੀ ਦੇ ਵਿੱਚ ਮੈਨੂੰ ਨਜ਼ਰ ਆਉਂਦਾ ਹੈ ਸੰਗਰੂਰ ਉਪ ਚੋਣ 'ਚ। ਅਗਰ ਨਵਜੋਤ ਸਿੰਘ ਸਿੱਧੂ ਹੁੰਦੇ ਫਿਰ ਸਥਿਤੀ ਬਦਲਣੀ ਸੀ। ਉਹ ਹੁਣ ਉਹਨਾਂ ਦੀ ਗੈਰ ਹਾਜ਼ਰੀ 'ਚ ਆਮ ਆਦਮੀ ਪਾਰਟੀ ਔਰ ਭਾਰਤੀ ਜਨਤਾ ਪਾਰਟੀ ਸਿੱਧਾ ਮੁਕਾਬਲਾ ਨਜ਼ਰ ਆਊਗਾ। ਜੀ ਬਿਲਕੁਲ ਸਹੀ ਗੱਲ ਤੁਸੀਂ ਕਹੀ ਹੈ, ਕਿਉਂਕਿ ਉਪ ਚੋਣਾਂ ਤੋਂ ਪਹਿਲਾਂ ਹੀ ਇਸ ਤਰ੍ਹਾਂ ਨਾਲ ਵੱਡੇ ਐਲਾਨ ਹੋ ਜਾਣਾ ਕਿ ਮੱਕੀ ਦੇ ਉੱਪਰ ਮੂੰਗੀ ਦੇ ਉੱਪਰ ਮਾਫ ਕਰਨਾ ਜੋ ਐਮਐਸਪੀ ਤੈਅ ਕਰ ਦਿੱਤੀ ਜਾਂਦੀ ਹੈ ਕਿ ਪੰਜਾਬ ਤੋਂ ਖਰੀਦ ਕੀਤੀ ਜਾਵੇਗੀ ਮੂੰਗੀ ਦੀ, ਇਸ ਦੇ ਨਾਲ ਹੀ ਜੋ ਹੈ ਐਕਸਾਈਜ਼ ਡਿਊਟੀ ਘਟਾ ਦਿੱਤੀ ਜਾਂਦੀ ਹੈ ਪੈਟਰੋਲ ਅਤੇ ਡੀਜ਼ਲ ਦੇ। ਤੇ ਸੰਜੋਗ ਦੀ ਗੱਲ ਕਰ ਲਈਏ ਕਿ ਨਵਜੋਤ ਸਿੰਘ ਸਿੱਧੂ ਨੂੰ ਵੀ ਇਸ ਮੌਕੇ ਤੇ ਜੋ ਹੈ ਜੇਲ੍ਹ ਦੀ ਸਜ਼ਾ ਹੋ ਜਾਂਦੀ ਹੈ, ਸੁਨੀਲ ਜਾਖੜ ਨੂੰ ਬੀਜੇਪੀ ਵਿੱਚ ਸ਼ਾਮਿਲ ਕਰ ਲਿਆ ਜਾਂਦਾ ਹੈ। ਸੋ ਵਾਕਈ ਇਹ ਕਿਤੇ ਨਾ ਕਿਤੇ ਸਾਰੇ ਸਮੀਕਰਨ ਬਣਦੇ ਦਿਖਦੇ ਨੇ ਕਿ ਆਉਣ ਵਾਲੇ ਟਾਈਮ ਵਿੱਚ ਬੀਜੇਪੀ ਜੋ ਹੈ ਆਮ ਆਦਮੀ ਪਾਰਟੀ ਲਈ ਵੱਡੀ ਵਿਰੋਧੀ ਧਿਰ ਦਾ ਜੋ ਹੈ ਰੋਲ ਅਦਾ ਕਰ ਸਕਦੀ ਹੈ। ਪਰ ਜੀ ਦੇਖੋ, ਮੈਂ ਦੂਰ ਤੱਕ ਦੇਖ ਰਿਹਾ ਸੀ ਬਰਨਾਲੇ ਸੰਗਰੂਰ ਨੂੰ ਜੀ ਕੇਵਲ ਢਿੱਲੋਂ ਉਹਨਾਂ ਨੂੰ ਵੱਖ ਕਰ ਦਿੱਤਾ ਗਿਆ ਸੀ। ਕਾਂਗਰਸ ਨੇ ਉਹਨਾਂ ਨੂੰ ਪਾਰਟੀ ਚੋਂ ਕੱਢਤਾ ਸੀ, ਉਹਨਾਂ ਨੂੰ ਟਿਕਟ ਵੀ ਨਹੀਂ ਸੀ ਦਿੱਤੀ। ਕੇਵਲ ਢਿੱਲੋਂ ਨੂੰ ਇਸ ਕਰਕੇ ਕਾਂਗਰਸ ਨੇ ਬਾਹਰ ਕੱਢਤਾ, ਹਾਲਾਂਕਿ ਉਹ ਬੜੇ ਵੱਡੇ ਲੀਡਰ ਸੀ, ਇਸ ਵਾਰ ਬਹੁਤ ਲੋਕਾਂ 'ਚ ਵਿਚਰੇ, ਉਹਨਾਂ ਦੀ ਪੋਲੀਟੀਕਲ ਤੌਰ ਤੇ ਸਾਖ ਹਵਾ ਬਰਨਾਲੇ 'ਚ ਸੀ ਹੈ ਵੀ। ਹੁਣ ਅਗਰ ਕਾਂਗਰਸ ਕੇਵਲ ਢਿੱਲੋਂ ਨੂੰ ਦੁਬਾਰਾ ਕਾਂਗਰਸ 'ਚ ਸ਼ਾਮਲ ਨਾ ਕਰਾ ਸਕੀ ਤੇ ਤੁਸੀਂ ਦੇਖੋ ਨਾ ਜੀ, ਜਿਹੜੇ ਉੱਥੇ ਪਵਨ ਬਾਂਸਲ ਸੀ ਜਿਹੜੇ ਕਿ ਈਡੀ ਦੇ ਸਾਹਮਣੇ ਵੀ ਪੇਸ਼ ਹੋਏ ਸੀ ਇੱਕ ਨੈਸ਼ਨਲ ਹੈਰਾਲਡ ਦੇ ਮਾਮਲੇ ਦੇ ਵਿੱਚ, ਉਹਨਾਂ ਦੇ ਪੁੱਤਰ ਨੂੰ ਬਰਨਾਲੇ ਟਿਕਟ ਦਿੱਤੀ ਗਈ ਸੀ, ਉਹਨਾਂ ਦਾ ਬੜਾ ਵਿਰੋਧ ਹੋਇਆ। ਉਹ ਕਹਿੰਦੇ ਬਹੁਤ ਪਿੱਛੇ ਰਹੇ, ਜ਼ਮਾਨਤ ਦੀ ਜ਼ਬਤ ਹੋ ਗਈ ਸੀ ਉਹਨਾਂ ਦੀ। ਹੁਣ ਪਵਨ ਬਾਂਸਲ ਉਹਨਾਂ ਦਾ ਉੱਥੇ ਉਹਨਾਂ ਆਧਾਰ ਨਹੀਂ ਆਪਾਂ ਦੇਖ ਲਿਆ ਪਿਛਲੀਆਂ ਚੋਣਾਂ 'ਚ। ਕੇਵਲ ਢਿੱਲੋਂ ਨੂੰ ਬਾਹਰ ਕੱਢਤਾ ਕਾਂਗਰਸ ਨੇ। ਹੁਣ ਕਾਂਗਰਸ ਦੀਆਂ ਉੱਥੇ ਹੋਰ ਕਿਹੜੀਆਂ ਵਿਕਟਾਂ ਡਿੱਗਣਗੀਆਂ ਇਹਦੇ ਤੇ ਵੀ ਸਾਰਿਆਂ ਦੀ ਨਜ਼ਰ ਹੈ। ਪਰ ਮੈਨੂੰ ਇਹ ਪਤਾ ਲੱਗਿਆ ਕਿ ਰਾਜਾ ਵੜਿੰਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਪ੍ਰਧਾਨ ਉਹ ਹਰਜੋਤ ਜੀ ਸੰਗਰੂਰ ਜਾ ਕੇ ਆਏ ਨੇ। ਇੱਕ ਅੱਧਾ ਦਿਨ ਉਹ ਲਗਾਤਾਰ ਉੱਥੇ ਗੇੜੇ ਲਾ ਰਹੇ ਨੇ, ਸੈਰ ਕਰਦੇ ਨਜ਼ਰ ਆਉਂਦੇ ਨੇ, ਲੋਕਾਂ ਨੂੰ ਮਿਲਦੇ ਨਜ਼ਰ ਆਉਂਦੇ ਨੇ। ਸੋ ਉਹਨਾਂ ਨੇ ਆਪਣੀਆਂ ਕੋਸ਼ਿਸ਼ਾਂ ਆਰੰਭਤੀਆਂ। ਪਰ ਮੈਂ ਇੱਕ ਗੱਲ ਹੋਰ ਕਹਿਣਾ ਚਾਹੂੰਗਾ, ਮੈਂ ਕਿਸੇ ਦਾ ਨਾਮ ਨਹੀਂ ਲਊਂਗਾ। ਜਦੋਂ ਨਵਜੋਤ ਸਿੰਘ ਸਿੱਧੂ ਨੂੰ ਜੇਲ੍ਹ ਹੁੰਦੀ ਹੈ, ਬੀਬੀ ਪ੍ਰਿੰਕਾ ਗਾਂਧੀ ਤਾਂ ਫੋਨ ਕਰਦੀ ਆ ਵੀ ਅਸੀਂ ਤੁਹਾਡੇ ਨਾਲ ਆ। ਦੇਰ ਨਾਲ ਕੀਤਾ ਜਦ ਕਿ ਉਹਦਾ ਕੋਈ ਮੈਨੂੰ ਉਹ ਕੀਤਾ ਨਾ ਕੀਤਾ ਮੇਰੀ ਨਜ਼ਰ 'ਚ ਇੱਕ ਬਰਾਬਰੀ ਹੈ, ਮੇਰੀ ਨਜ਼ਰ 'ਚ ਇੱਕ ਬਰਾਬਰੀ ਹੈ, ਕੀਤਾ ਨਾ ਕੀਤਾ। ਹੁਣ ਪਰ ਜੋ ਕੁਝ ਕਾਂਗਰਸ ਦੇ ਕਈ ਸੀਨੀਅਰ ਲੀਡਰਾਂ ਨੇ ਕੀਤਾ, ਬਿਲਕੁਲ ਕਾਂਗਰਸ ਦੇ ਕਈ ਲੀਡਰਾਂ ਨੇ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਨਵਜੋਤ ਸਿੰਘ ਸਿੱਧੂ ਦੇ ਪ੍ਰਤੀ ਕੀਤੀ, ਉਹਦੇ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨੌਜਵਾਨ ਪ੍ਰਧਾਨ ਰਾਜਾ ਵੜਿੰਗ ਦੇ ਉੱਤੇ ਜਿਹੜਾ ਉਹਨਾਂ ਨੇ ਅਹੁਦੇ ਦੀ ਸਹੁੰ ਚੱਕਣ ਵੇਲੇ ਭਾਸ਼ਣ ਦਿੱਤਾ ਸੀ, 3D ਦੀ ਗੱਲ ਕੀਤੀ ਸੀ ਕਿ ਕੋਈ ਹੋਵੇ ਹੁਣ ਕਾਂਗਰਸ 'ਚ 3D ਚੱਲੂ। ਉਹਨਾਂ ਨੇ ਉਹ ਮੈਂ ਭੁੱਲ ਗਿਆ ਪੂਰੇ ਤਿੰਨੇ ਡੀ ਦਾ ਮਤਲਬ ਕੀ ਸੀ।
ਚਲੋ ਉਹਦੇ ਚ ਇੱਕ ਜੀ ਡਿਸਪਲਿਨ ਸੀ, ਇੱਕ ਡੀ ਜੀ 3D ਸੀ ਨਾ ਹਰਜੋਤ ਜੀ। ਜੀ 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 ਹਾਂਜੀ। ਸੋ ਹੁਣ ਕੀ ਰਾਜਾ ਵੜਿੰਗ ਜੀ ਆਪਣੇ ਉਸ ਬਿਆਨ ਤੇ ਕਾਇਮ ਰਹਿਣਗੇ? ਹੂੰ ਜੇ ਤਾਂ ਆਉਂਦੇ ਦਿਨਾਂ ਦੇ ਵਿੱਚ ਰਾਜਾ ਵੜਿੰਗ ਜੀ ਆਪਣੇ ਉਸ ਬਿਆਨ ਤੇ ਕਾਇਮ ਰਹਿੰਦੇ ਨਜ਼ਰ ਆਏ ਵੀ ਜੋ ਮੈਂ ਕਿਹਾ ਸੀ ਮੈਂ ਉਹਦੇ ਤੇ ਉਹ ਮੈਂ ਕਰੂੰਗਾ, ਹੁਣ ਵੀ ਕਿਵੇਂ ਇਸ ਤਰੀਕੇ ਦੇ ਬਿਆਨ ਆਏ, ਫਿਰ ਤਾਂ ਰਾਜਾ ਵੜਿੰਗ ਜੀ ਆਪਣਾ ਦਬਦਬਾ ਕਾਂਗਰਸ 'ਚ ਬਣਾ ਸਕਣਗੇ। ਜੇ ਰਾਜਾ ਵੜਿੰਗ ਜੀ ਜਿਨ੍ਹਾਂ ਲੀਡਰਾਂ ਨੇ ਇਸ ਤਰੀਕੇ ਦੀ ਬਿਆਨਬਾਜ਼ੀ ਕੀਤੀ ਉਹਨਾਂ ਨੂੰ ਕੁਝ ਕਹਿ ਹੀ ਨਾ ਸਕੇ, ਦਬ ਗਏ, ਜੇ ਰਾਜਾ ਵੜਿੰਗ ਜੀ ਦਬ ਗਏ ਪੋਲੀਟੀਕਲ ਤੌਰ ਤੇ ਫਿਰ ਮੈਨੂੰ ਲੱਗਦਾ ਹੈ ਕਿ ਇਹ ਫਿਰ ਮੈਂ ਕੀ ਕਹਾਂ ਹਰਜੋਤ ਜੀ, ਫਿਰ ਤਾਂ ਗੱਲ ਹੀ ਮੁੱਕ ਗਈ। ਬਿਲਕੁਲ ਡੱਲਾ ਜੀ, ਕਿਉਂਕਿ ਕਾਂਗਰਸ ਪਾਰਟੀ ਵਿੱਚ ਕਿਤੇ ਨਾ ਕਿਤੇ ਹੀ ਕਮੀ ਹਮੇਸ਼ਾ ਵੇਖਣ ਨੂੰ ਮਿਲਦੀ ਹੈ ਕਿ ਆਪਸ ਵਿੱਚ ਜੋ ਹੈ ਇੱਕ ਮਤ ਨਹੀਂ ਹੋ ਪਾਉਂਦੇ ਨੇ। ਸੋ ਅਜਿਹੇ ਸਮੇਂ ਵਿੱਚ ਜਿੱਥੇ ਇੱਕ ਕਾਂਗਰਸ ਦੇ ਵੱਡੇ ਚਿਹਰੇ ਦੇ ਨਾਲ ਖੜੇ ਹੋਣਾ ਦਿਖਦੇ ਰਹਿਣਾ ਚਾਹੀਦਾ ਸੀ ਨਾ, ਸਾਰੇ ਸੀਨੀਅਰ ਆਗੂਆਂ ਨੂੰ ਅਸੀਂ ਕਹਿ ਸਕਦੇ ਹਾਂ, ਉੱਥੇ ਇਹ ਕਮੀ ਜ਼ਰੂਰ ਨਜ਼ਰ ਆਈ ਜੋ ਕਿ ਆਮ ਲੋਕ ਵੀ ਦੇਖ ਰਹੇ ਨੇ। ਅਸੀਂ ਸੋਸ਼ਲ ਮੀਡੀਆ ਤੇ ਵੀ ਲੋਕਾਂ ਦੇ ਕਮੈਂਟਸ ਦੀ ਅਗਰ ਗੱਲ ਕਰ ਲਈਏ, ਆਮ ਲੋਕਾਂ ਦੇ ਵਿਚਰ ਤੇ ਗੱਲ ਕਰੀਏ, ਤਾਂ ਸਭ ਦਾ ਇਹੀ ਕਹਿਣਾ ਹੈ ਕਿ ਚਾਹੇ ਨਵਜੋਤ ਸਿੰਘ ਸਿੱਧੂ ਬੋਲਣ ਵਿੱਚ ਥੋੜੇ ਬਲਬੋਲਣ ਅਸੀਂ ਕਹਿ ਸਕਦੇ ਹਾਂ, ਥੋੜਾ ਤਿੱਖਾ ਜਾਂ ਤੂੰ ਤੜਾਂ ਕਰਕੇ ਗੱਲ ਕਰਦੇ ਸੀ, ਪਰ ਉਹ ਇੱਕ ਇਮਾਨਦਾਰ ਆਗੂ ਨੇ, ਹਮੇਸ਼ਾ ਪੰਜਾਬ ਦੇ ਮੁੱਦਿਆਂ ਤੇ ਹੀ ਗੱਲ ਕਰਦੇ ਰਹੇ ਨੇ, ਪੰਜਾਬ ਦੀ ਨੌਜਵਾਨੀ ਬਾਰੇ ਗੱਲ ਕਰਦੇ ਰਹੇ ਨੇ। ਸੋ ਇੱਕ ਜ਼ਰੂਰ ਚੀਜ਼ ਕਲੀਅਰ ਹੋਈ ਹੈ, ਕਾਂਗਰਸ ਪਾਰਟੀ ਦੇ ਉੱਪਰ ਵਾਕਈ ਕਈ ਸਵਾਲ ਖੜੇ ਹੁੰਦੇ ਨਜ਼ਰ ਆ ਰਹੇ ਨੇ। ਇੱਥੇ ਮੈਂ ਤੁਹਾਡੇ ਤੋਂ ਸਵਾਲ ਕਰਨਾ ਚਾਹੂੰਗੀ। ਜੀ 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 ਮੈਂ ਇੱਕ ਗੱਲ ਹੋਰ ਜੋੜਦਾ। ਹੁਣ ਸਵਾਲ ਇਹ ਹੈ ਕਿ ਅਗਰ ਕਿਸੇ ਤਰ੍ਹਾਂ ਦਾ ਰਾਜਾ ਵੜਿੰਗ ਉਹਨਾਂ ਨੇ ਹੁਣ ਐਕਸ਼ਨ ਨਾ ਲਿਆ, ਫਿਰ ਇਹ ਗੱਲ ਆਮ ਹੋ ਜਾਣੀ ਹੈ, ਫਿਰ ਕਾਂਗਰਸ 'ਚ ਇਹ ਗੱਲ ਆਮ ਹੋ ਜਾਣੀ ਹੈ। ਔਰ ਦੂਸਰਾ, ਹੁਣ ਰਾਜਾ ਵੜਿੰਗ ਜੀ ਅਗਰ ਇਹਨਾਂ ਤੇ ਐਕਸ਼ਨ ਨਾ ਲੈ ਸਕੇ ਤੇ ਜੇ ਹਾਈ ਕਮਾਂਡ ਨਵਜੋਤ ਸਿੰਘ ਸਿੱਧੂ ਤੇ ਐਕਸ਼ਨ ਨਾ ਲੈ ਸਕੀ, ਦੇਖੋ ਉਦੋਂ ਤਾਂ ਬੜਾ ਚਿੱਠੀ ਵੀ ਬਣਾਈ, ਚਿੱਠੀ ਵੀ ਭੇਜੀ, ਕਹਿੰਦੇ ਜੀ ਲਓ ਮੀਟਿੰਗ ਹੋਣੀ ਹੈ, ਹੁਣ ਨਵਜੋਤ ਸਿੰਘ ਸਿੱਧੂ ਤੇ ਡਿਸਪਲਿਨਰੀ ਐਕਸ਼ਨ ਹੋਊਗਾ। ਸੁਨੀਲ ਜਾਖੜ ਜੀ ਤੇ ਐਕਸ਼ਨ ਲੈ ਲਿਆ ਤੇ ਨਵਜੋਤ ਸਿੰਘ ਸਿੱਧੂ ਜੀ ਤੇ ਐਕਸ਼ਨ ਲੈਣ ਦੀ ਹਿੰਮਤ ਨਹੀਂ ਹੋ ਰਹੀ। ਇਹ ਕਿਹੜੀ ਗੱਲ ਹੋਈ ਫਿਰ? ਅਗਰ ਇਨਡਿਸਪਲਿਨ ਦੇ ਇਲਜ਼ਾਮ ਲਾ ਕੇ ਚਿੱਠੀ ਪੱਤਰੀ ਭੇਜਤੀ ਤੇ ਫਿਰ ਐਕਸ਼ਨ ਵੀ ਨਾ ਲਿਆ ਤੇ ਫਿਰ ਨੁਕਸਾਨ ਕਿਹਦਾ? ਨਵਜੋਤ ਸਿੰਘ ਸਿੱਧੂ ਦਾ ਤਾਂ ਹੈ ਨਹੀਂ। ਸੋ ਇਸ ਕਰਕੇ ਕਾਂਗਰਸ ਦੀ ਕਮੀ ਇਹ ਨਜ਼ਰ ਆ ਰਹੀ ਹੈ ਮੈਨੂੰ ਹਰਜੋਤ ਜੀ, ਕਿ ਕਾਂਗਰਸ ਡਿਸੀਜਨ ਨਹੀਂ ਲੈ ਪਾਉਂਦੀ। ਡਿਸੀਜਨ ਲੈਣੇ ਬਹੁਤ ਜ਼ਰੂਰੀ ਹੈ। ਆਮ ਆਦਮੀ ਪਾਰਟੀ ਡਿਸੀਜਨ ਲੈਂਦੀ ਹੈ, ਭਗਵੰਤ ਮਾਨ ਡਿਸੀਜਨ ਲੈਂਦੇ ਨੇ, ਬੀਜੇਪੀ ਡਿਸੀਜਨ ਲੈਂਦੀ ਹੈ। ਫੈਸਲੇ ਲੈਣ ਦੀ ਸਮਰੱਥਾ ਤੇ ਤਾਕਤ ਹੋਣੀ ਚਾਹੀਦੀ ਹੈ। ਕੋਈ 10 ਫੈਸਲਿਆਂ ਚੋਂ 2 ਫੈਸਲੇ ਗਲਤ ਹੋ ਜਾਣ ਤੇ ਗੱਲ ਸਮਝ ਆਉਂਦੀ ਹੈ। ਜੇ ਫੈਸਲਾ ਹੀ ਨਹੀਂ ਲੈਣਾ ਤੇ ਦੁੱਧ ਉਵੇਂ ਹੀ ਦੇਣਾ ਜਿਵੇਂ ਕਹਾਵਤ ਹੈ, ਉਹਦਾ ਫਿਰ ਕੀ ਫਾਇਦਾ? ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ। ਅੱਗੋਂ ਅਗਰ ਗੱਲ ਕਰੀਏ, ਜੋ ਖਬਰਾਂ ਆ ਰਹੀਆਂ ਨੇ, ਪਹੁੰਚ ਚੁੱਕੀਆਂ ਨੇ ਮੀਡੀਆ ਦੇ ਜ਼ਰੀਏ ਕਿ ਨਵਜੋਤ ਸਿੰਘ ਸਿੱਧੂ ਜੋ ਕਿ ਜੇਲ੍ਹ ਵਿੱਚੋਂ ਖਬਰਾਂ ਆ ਰਹੀਆਂ ਕਿ ਉਹਨਾਂ ਨੇ ਪਹਿਲੇ ਦਿਨ ਜੋ ਹੈ ਰਾਤ ਨੂੰ ਰੋਟੀ ਵੀ ਨਹੀਂ ਖਾਈ, ਸਿਰਫ ਕੁਝ ਦਵਾਈਆਂ ਹੀ ਖਾਧੀਆਂ। ਸੋ ਕਿਸ ਤਰ੍ਹਾਂ ਦੀਆਂ ਹੋਰ ਖਬਰਾਂ ਮਿਲ ਪਾ ਰਹੀਆਂ ਨੇ ਮੀਡੀਆ ਦੇ ਹਵਾਲੇ ਤੋਂ? ਦੇਖੋ, ਜਿੰਨਾ ਕਿ ਮੇਰੀ ਸਮਝ ਹੈ ਹਰਜੋਤ ਜੀ, ਨਵਜੋਤ ਸਿੰਘ ਸਿੱਧੂ ਸੋਮਵਾਰ ਨੂੰ ਵਰਤ ਰੱਖਦੇ ਨੇ ਤੇ ਸੋਮਵਾਰ ਨੂੰ ਉਹ ਵਰਤਾਂ ਵਾਲਾ ਜਿਹੜਾ ਆਟਾ ਹੁੰਦਾ ਹੈ ਉਹਦਾ ਹੀ ਭੋਜਨ ਇੱਕ ਟਾਈਮ ਲੈਂਦੇ ਨੇ। ਹੁਣ ਕੀ ਜੇਲ੍ਹ ਮੈਨੂਅਲ ਦੇ ਵਿੱਚ, ਕਿਉਂਕਿ ਇਹ ਵੀ ਗੱਲ ਆਸਥਾ ਵਾਲੀ ਹੈ, ਦੇਖੋ ਵਰਤ ਰੱਖਣਾ ਇਹ ਵੀ ਇੱਕ ਆਸਥਾ ਦੀ ਗੱਲ ਹੈ ਕਿ ਕਿਉਂਕਿ ਉਹ ਜਿੱਥੋਂ ਤੱਕ ਮੈਂ ਜਾਣਦਾ ਪਿਛਲੇ 8-9 ਮਹੀਨਿਆਂ ਦੇ ਵਿੱਚ ਹਰ ਸੋਮਵਾਰ ਨੂੰ ਉਹਨਾਂ ਦਾ ਵਰਤ ਹੀ ਹੁੰਦਾ ਸੀ। ਕਦੇ ਹੀ ਹੋਏਗਾ ਕਿ ਉਹਨਾਂ ਦਾ ਵਰਤ ਨਾ ਹੋਇਆ ਹੋਵੇ ਮੇਰੀ, ਕਿਉਂਕਿ ਹਰ ਸੋਮਵਾਰ ਨੂੰ, ਚਲੋ ਮੈਂ ਨਾਲ ਤਾਂ ਨਹੀਂ ਸੀ ਹੁੰਦਾ, ਪਰ ਜਿੰਨੀ ਕੁ ਮੇਰੀ ਜਾਣਕਾਰੀ ਹੈ ਕਿ ਸੋਮਵਾਰ ਨੂੰ ਵਰਤ ਹੀ ਹੁੰਦਾ ਸੀ। ਤੇ ਫਿਰ ਕੀ ਜੇਲ੍ਹ ਦੇ ਵਿੱਚ ਕੋਈ ਇਸ ਤਰੀਕੇ ਦੀ ਵਿਵਸਥਾ ਹੁੰਦੀ ਹੋਏਗੀ ਕਿ ਵਰਤ ਵਾਲੇ ਦਿਨ ਵਰਤ ਵਾਲੇ ਆਟੇ ਦੀ ਜਿਹੜੀ ਰੋਟੀ ਹੈ ਉਹਨਾਂ ਨੂੰ ਉਪਲਬਧ ਹੋਵੇ? ਹਾਲਾਂਕਿ ਕੈਦੀ, ਮੈਨੂੰ ਪਤਾ ਨਹੀਂ ਜੇਲ੍ਹ ਦਾ ਸਿਸਟਮ ਕਿਵੇਂ ਕੈਦੀ ਉੱਥੇ ਖਾਣਾ ਬਣਾਉਂਦੇ ਨੇ, ਆਪਸ 'ਚ ਪੂਲ ਕਰਕੇ ਟੀਮਾਂ ਕਰਕੇ ਬਣਾਉਂਦੇ ਨੇ, ਜਾਂ ਸਰਕਾਰੀ ਤੌਰ ਤੇ ਜਿਹੜਾ ਖਾਣਾ ਹੈ ਉਹ ਉੱਥੇ ਬਣਾਇਆ ਜਾਂਦਾ। ਪਰ ਜਿਹੜੀ ਕੱਲ ਵਾਲੀ ਗੱਲ ਆਈ ਹੈ ਅਖਬਾਰਾਂ ਦੇ ਵਿੱਚ, ਮੈਂ ਪੜ੍ਹੀ ਹੈ, ਟੈਲੀਵਿਜ਼ਨਾਂ ਤੇ ਵੀ ਚੱਲ ਰਹੀ ਸੀ, ਕਹਿੰਦੇ ਨਵਜੋਤ ਸਿੰਘ ਸਿੱਧੂ ਨੇ ਕਣਕ ਦੀ ਰੋਟੀ ਨਹੀਂ ਖਾਧੀ, ਉਹਨਾਂ ਨੇ ਸਿਰਫ ਸਲਾਦ ਵਗੈਰਾ ਖਾਧਾ ਔਰ ਫਰੂਟ ਖਾਧਾ। ਵੈਸੇ ਇੱਕ ਗੱਲ ਹਰਜੋਤ ਜੀ, ਮੈਂ ਬੜਾ ਹੈਰਾਨ ਆ ਕਿ ਟੈਲੀਵਿਜ਼ਨਾਂ ਵਾਲੇ, ਅਖਬਾਰਾਂ ਵਾਲੇ ਖਬਰਾਂ ਛਾਪੀ ਜਾਂਦੇ, ਕਿਵੇਂ ਉਹਨਾਂ ਕੋਲੇ ਖਬਰਾਂ ਆ ਜਾਂਦੀਆਂ ਨੇ ਜੇਲ੍ਹ ਚੋਂ? ਇਹ ਗੱਲ ਬੜੀ ਹੈਰਾਨੀ ਵਾਲੀ ਹੈ ਵੀ ਕਹਿੰਦੇ ਜੀ ਉਹਨਾਂ ਨੇ ਰੋਟੀ ਨਹੀਂ ਖਾਧੀ, ਉਹਨਾਂ ਨੇ ਸਿਰਫ ਸਲਾਦ ਤੇ ਫਰੂਟ ਹੀ ਖਾਧਾ। ਕਿਤੇ ਇਹ ਨਾ ਹੋਵੇ ਆਉਂਦੇ ਦਿਨਾਂ 'ਚ ਅਖਬਾਰਾਂ ਵਾਲੇ ਇਹ ਵੀ ਛਾਪ ਦੇਣ
ਵੀ ਫਰੂਟ ਦੇ ਵਿੱਚ ਸੇਬ ਦੀਆਂ ਇੰਨੀਆਂ ਫਾੜੀਆਂ ਸੀ, ਸੰਤਰੇ ਦੀਆਂ ਇੰਨੀਆਂ ਸੀ, ਨਾਸ਼ਪਤੀ ਦੀਆਂ ਇੰਨੀਆਂ ਸੀ। ਸੋ ਮੈਨੂੰ ਲੱਗਦਾ ਹੈ ਕਿ ਇਹ ਜਾਂ ਤਾਂ ਦੇਖੋ ਦੋ ਗੱਲਾਂ ਹੋਣਗੀਆਂ, ਜਾਂ ਤਾਂ ਅਖਬਾਰਾਂ ਤੇ ਟੀਵੀਆਂ ਵਾਲੇ ਅੰਦਾਜ਼ੇ ਲਾਉਂਦੇ ਹੋਣੇ, ਜਾਂ ਤਾਂ ਅੰਦਾਜ਼ੇ ਲਾਉਂਦੇ ਹੋਣੇ, ਤੇ ਜਾਂ ਉਹਨਾਂ ਨੂੰ ਕੋਈ ਦੱਸਦਾ ਹੋਣਾ। ਹੁਣ ਇਹ ਦੇਖੋ ਗੱਲ ਕਿੱਡੀ ਹੈਰਾਨੀ ਵਾਲੀ ਹੈ, ਇਹ ਆਪਣੇ ਆਪ ਕਿੱਡੀ ਹੈਰਾਨੀ ਵਾਲੀ ਗੱਲ ਹੈ। ਚਲੋ ਹੁਣ ਪਰ ਮੈਂ ਜਿਹੜੀ ਗੱਲ ਕਹਿ ਰਿਹਾ, ਮੈਂ ਤਾਂ ਅਖਬਾਰਾਂ 'ਚ ਪੜ੍ਹ ਕੇ ਟੀਵੀ 'ਚੋਂ ਸੁਣੀ ਸੁਣਾਈ ਗੱਲ ਕਰ ਰਿਹਾ ਜੀ। ਸੋ ਪਰ ਮੈਨੂੰ ਇੰਨਾ ਪਤਾ ਹੈ ਕਿ ਉਹ ਕਣਕ ਦੀ ਰੋਟੀ ਬਹੁਤ ਘੱਟ ਖਾਂਦੇ ਨੇ, ਅਣਸਰਦੇ ਨੂੰ ਕਿਤੇ ਹੋ ਗਿਆ, ਕਿਉਂਕਿ ਉਹਨਾਂ ਨੂੰ ਲਿਵਰ ਦੀ ਪ੍ਰੋਬਲਮ ਹੈ। ਉਹ ਇੱਕ ਹੋਰ ਹੁੰਦਾ, ਉਹ ਮੈਨੂੰ ਉਹ ਆਟੇ ਦਾ ਨਾਮ ਭੁੱਲ ਗਿਆ, ਹਰਜੋਤ ਜੀ, ਮੈਂ ਕੋਸ਼ਿਸ਼ ਕਰੂੰਗਾ ਮੈਂ ਉਸ ਆਟੇ ਦਾ ਨਾਮ ਯਾਦ ਕਰਾਂ ਜੀ। ਉਸ ਇੱਕ ਤਾਂ ਵਰਤਾਂ ਵਾਲਾ ਆਟਾ ਹੁੰਦਾ, ਇੱਕ ਹੋਰ ਆਟਾ ਹੁੰਦਾ, ਉਹਦਾ ਮੈਨੂੰ ਨਾਂ ਨਹੀਂ ਯਾਦ, ਮੈਂ ਤੁਹਾਨੂੰ ਨਾਮ ਦੱਸੂਗਾ, ਕਿਉਂਕਿ ਰਾਤ ਦੇ ਸਮੇਂ ਉਹ ਉਸ ਆਟੇ ਦੀ ਜਿਹੜੀ ਰੋਟੀ ਹੈ, ਫੁਲਕਾ ਹੈ, ਕਈ ਵਾਰੀ ਉਹ ਖਾਂਦੇ ਹੁੰਦੇ ਸੀ ਜੀ। ਜੀ 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 ਬਿਲਕੁਲ। ਦੇਖੋ ਜੋ ਸ਼ਾਮ ਨੂੰ ਜਿਵੇਂ ਹਲਦੀ ਦਾ ਰਸ ਪੀਂਦੇ ਸੀ, ਉਹ ਲੌਕੀ ਦਾ ਜੂਸ, ਔਰ ਇਸ ਤਰੀਕੇ ਦੀਆਂ ਫਿਰ ਸ਼ਹਿਦ ਦੇ ਵਿੱਚ ਜਿਵੇਂ ਕਾਲੀਆਂ ਮਿਰਚਾਂ, ਅਜਵੈਨ, ਇਸ ਤਰੀਕੇ ਦਾ ਘੋਲ ਬਣਾ ਕੇ ਉਹ ਪੀਂਦੇ ਸੀ, ਕਿਉਂਕਿ ਲਿਵਰ ਨੂੰ ਕੁਝ ਚੀਜ਼ਾਂ ਜਿਹੜੀਆਂ ਆਯੁਰਵੈਦਿਕ ਚੀਜ਼ਾਂ ਨੇ, ਕਈ ਉਹ ਲਿਵਰ ਲਈ ਫਾਇਦੇਮੰਦ ਹੁੰਦੀਆਂ ਨੇ, ਕਿਉਂਕਿ ਲਿਵਰ ਉਹਨਾਂ ਦਾ ਕਾਫੀ ਜ਼ਿਆਦਾ ਜਿਹੜਾ ਹੈਗਾ ਉਹ ਕਮਜ਼ੋਰ ਹੈ। ਔਰ ਸਾਨੂੰ ਇਹ ਵੀ ਪਤਾ ਹੈ ਕਿ ਕਈ ਵਾਰੀ ਡਾਕਟਰਾਂ ਨੇ ਉਹਨਾਂ ਨੂੰ ਬੋਲਣ ਤੋਂ ਰੋਕਿਆ ਵੀ, ਹੁਣ ਤੁਸੀਂ ਬੋਲਣਾ ਨਹੀਂ, ਕੁਝ ਦਿਨ ਬਿਲਕੁਲ ਚੁੱਪ ਰਹਿਣਾ ਹੈ, ਕਿਉਂਕਿ ਉਹਨਾਂ ਨੂੰ ਗਲੇ ਦੇ ਵਿੱਚ ਵੀ ਜਦੋਂ ਉਹ ਜ਼ਿਆਦਾ ਉੱਚੀ ਬੋਲਦੇ ਨੇ, ਤੇ ਇੱਕ ਵਾਰੀ ਤੁਹਾਨੂੰ ਪਤਾ ਹੋਣਾ ਹੈ, ਅਖਬਾਰਾਂ 'ਚ ਟੀਵੀਆਂ 'ਚ ਖਬਰਾਂ ਆ ਗਈਆਂ ਸੀ, ਡਾਕਟਰਾਂ ਨੇ ਕਹਿਤਾ ਸੀ ਵੀ ਤੁਹਾਡੀ ਆਵਾਜ਼ ਹਮੇਸ਼ਾ ਲਈ ਬੰਦ ਹੋ ਸਕਦੀ ਹੈ। ਸੋ ਇਸ ਕਰਕੇ, ਕਿਉਂਕਿ ਉਹ ਬੋਲਦੇ ਵੀ ਬਹੁਤ ਉੱਚੀ ਨੇ, ਬਹੁਤ ਜ਼ੋਰ ਲਾ ਕੇ ਬੋਲਦੇ ਨੇ, ਖਿਡਾਰੀ ਰਹੇ ਨੇ, ਕ੍ਰਿਕਟ ਦੇ ਖਿਡਾਰੀ, ਕਿਉਂਕਿ ਨਵਜੋਤ ਸਿੰਘ ਸਿੱਧੂ ਪਹਿਲਾਂ ਗੇਂਦਬਾਜ਼ ਵੀ ਸੀ ਸ਼ੁਰੂ 'ਚ ਬਚਪਨ 'ਚ, ਫਿਰ ਉਹ ਬੱਲੇਬਾਜ਼ ਬਣ ਗਏ, ਤੇ ਫਿਰ ਉਹ ਖਿਡਾਰੀ ਜਦੋਂ ਕਿਸੇ ਨੂੰ ਆਊਟ ਕਰ ਦਿੰਦੇ ਨੇ, ਤੇ ਫਿਰ ਉਹ ਪੂਰਾ ਜ਼ੋਰ ਲਾ ਕੇ ਉਹਨਾਂ ਨੇ ਆਪਣੀ ਆਵਾਜ਼ ਕੱਢਣੀ ਹੁੰਦੀ, ਤੇ ਮੈਦਾਨ ਦੇ ਵਿੱਚ, ਕਿਉਂਕਿ ਬਹੁਤ ਵੱਡਾ ਮੈਦਾਨ ਹੁੰਦਾ ਮੇਰੇ ਖਿਆਲ, ਤੇ ਮੈਂ ਵੀ ਖੇਡਿਆ ਕ੍ਰਿਕਟ ਥੋੜੀ ਮੋਟੀ, ਉਹ ਬਹੁਤ ਦੂਰ ਦੂਰ ਤੋਂ ਜਦੋਂ ਬੋਲਣਾ ਹੁੰਦਾ ਹਰਜੋਤ ਜੀ, ਬਹੁਤ ਉੱਚੀ ਬੋਲਣਾ ਪੈਂਦਾ, ਕਿਉਂਕਿ ਮੇਰਾ ਖਿਆਲ 72 ਗਜ ਦੀ ਗਰਾਊਂਡ ਹੁੰਦੀ ਹੈ, ਤੇ ਇੱਕ ਪਾਸੇ 72 ਗਜ ਬਹੁਤ ਦੂਰੀ ਦਾ ਫਾਸਲਾ, ਸੋ ਬਹੁਤ ਉੱਚਾ ਮੈਦਾਨ ਦੇ ਵਿੱਚ ਬੋਲਣਾ ਪੈਂਦਾ, ਸੋ ਉਸੇ ਤਰੀਕੇ ਦਾ ਸੁਭਾਅ ਪੱਕ ਜਾਂਦਾ। ਉਂਝ ਮੈਂ ਵੀ ਹਰਜੋਤ ਜੀ ਉੱਚਾ ਹੀ ਬੋਲਦਾ, ਮੈਨੂੰ ਵੀ ਥੋੜਾ ਜ਼ੋਰ ਲਾ ਕੇ ਬੋਲਣ ਦੀ ਆਦਤ ਹੈ। ਜਿਹੜੇ ਖਿਡਾਰੀ ਨੇ ਉਹਨਾਂ ਨੂੰ ਕੁਦਰਤੀ ਹੋ ਸਕਦਾ ਹੋਣਾ ਕਿ ਆਵਾਜ਼ ਉਹਨਾਂ ਨੂੰ ਉੱਚੇ ਬੋਲਣ ਦੀ ਆਦਤ ਪੈ ਜਾਂਦੀ ਹੋਵੇ। जी 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 बिल्कुल। वैसे नवजोत सिंह सिद्धू जो एक स्पोर्ट्स पर्सन ने, वैसे ऑलराउंडर ने, ਤਾਂ ਇੱਕ ਜ਼ਿੰਦਾ ਦਿਲ ਇਨਸਾਨ ਨੇ। ਸੋ ਵਾਕਈ ਜਿੱਥੇ ਜਾਂਦੇ ਨੇ ਰੌਣਕਾਂ ਵੀ ਲਗਾਉਂਦੇ ਨੇ, ਔਰ ਜ਼ਿੰਦਾ ਦਿਲੀ ਆਪਣੀ ਉਸਦੀ ਇੱਕ ਅਲੱਗ ਮਿਸਾਲ ਵੀ ਜੋ ਹੈ ਪੇਸ਼ ਕਰਦੇ ਨੇ। ਸੋ ਚਾਹੇ ਉਹ ਜੇਲ੍ਹ ਵਿੱਚ ਗਏ ਨੇ, ਫਿਰ ਵੀ ਸੁਰੱਖਿਆ ਵਿੱਚ ਨੇ, ਹਰ ਕੋਈ ਉਹਨਾਂ ਬਾਰੇ ਸੁਣਨਾ ਚਾਹੁੰਦਾ ਹੈ ਜੀ। ਦੇਖੋ ਜੇਲ੍ਹ ਦੇ ਵਿੱਚ ਕਿਉਂਕਿ ਮੋਬਾਈਲ ਨਹੀਂ ਅਲਾਉਡ ਹੁੰਦਾ, ਨਹੀਂ ਤਾਂ ਮੈਨੂੰ ਲੱਗਦਾ ਉੱਥੇ ਹਰ ਕਿਸੇ ਨੇ ਇੱਕ ਫੋਟੋ ਖਿਚਾਉਣੀ ਸੀ ਪਹਿਲਾਂ, ਜਿੰਨੇ ਵੀ ਉੱਥੇ ਜੇਲ੍ਹਾਂ ਦੇ ਵਿੱਚ ਸਾਡੇ ਭਰਾ ਭੈਣਾਂ ਦਾ ਉੱਥੇ ਜੇਲ੍ਹਾਂ ਦੇ ਵਿੱਚ ਨੇ, ਕਿਉਂਕਿ ਉਹ ਪ੍ਰਸਿੱਧੀ ਐਡੀ ਹੈ ਨਵਜੋਤ ਸਿੰਘ ਸਿੱਧੂ ਦੀ, ਉਹ ਕਿਤੇ ਵੀ ਜਾਂਦੇ ਨੇ। ਮੈਂ ਜਦੋਂ ਉਹਨਾਂ ਦਾ ਸਿਵਲ ਹਸਪਤਾਲ 'ਚ ਮੈਡੀਕਲ ਹੋ ਰਿਹਾ ਸੀ, ਤੇ ਸਿਵਲ ਹਸਪਤਾਲ ਦੇ ਜਿਹੜੇ ਲੋਕ ਸਰਕਾਰੀ ਮਕਾਨਾਂ 'ਚ ਰਹਿੰਦੇ ਸੀ, ਉਹ ਸਾਰੇ ਹੀ ਘਰਾਂ ਦੇ ਬਾਹਰ ਖੜੇ ਹੋ ਕੇ ਨਵਜੋਤ ਸਿੰਘ ਸਿੱਧੂ ਦੀ ਝਲਕ ਦੇਖ ਰਹੇ ਸੀ। ਹਰੇਕ ਦੇ ਹੱਥ 'ਚ ਮੋਬਾਈਲ ਸੀ ਲਗਭਗ। ਸੋ ਇਸ ਕਰਕੇ, ਔਰ ਜਿਹੜੇ ਲੋਕ ਨਵਜੋਤ ਸਿੰਘ ਸਿੱਧੂ ਨੂੰ ਜੇਲ੍ਹ ਛੱਡ ਕੇ ਆਏ, ਭਾਵੇਂ ਸਰਕਾਰੀ ਮੁਲਾਜ਼ਮ ਸੀ, ਉਹਨਾਂ ਦੀ ਖੁਸ਼ੀ ਵੀ ਬੜੀ ਚਿਹਰੇ ਤੇ ਦਿਖੀ, ਮੁਸਕਰਾਹਟ ਉਹਨਾਂ ਦੇ ਚਿਹਰਿਆਂ ਤੇ ਸੀ ਵੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਉਹ ਜਾ ਰਹੇ ਨੇ। ਕਿਉਂਕਿ ਭਾਵੇਂ ਕੋਈ ਅਫਸਰ ਹੈ, ਜਿਹੜੇ ਸਾਡੇ ਵੱਡੇ ਪਲੇਅਰ ਹੁੰਦੇ ਨੇ, ਮਹਿੰਦਰ ਸਿੰਘ ਧੋਨੀ ਹੋ ਗਿਆ, ਸਚਿਨ ਤੇਂਦੁਲਕਰ ਹੋ ਗਿਆ, ਨਵਜੋਤ ਸਿੰਘ ਸਿੱਧੂ ਹੋ ਗਿਆ, ਹਰਭਜਨ ਸਿੰਘ ਹੋ ਗਏ, ਜਾਂ ਸੁਨੀਲ ਗਵਾਸਕਰ, ਕਪਿਲ ਦੇਵ, ਇਹ ਕ੍ਰਿਕਟ ਕਰਕੇ, ਜਾਂ ਪ੍ਰਗਟ ਸਿੰਘ ਹੋ ਗਏ ਹਾਕੀ ਵਾਲੇ, ਇਹ ਸਾਰੇ ਲੋਕ ਜਿਹੜੇ ਨੇ, ਇਹਨਾਂ ਦੇ ਪ੍ਰਤੀ ਬਹੁਤ ਚਾਅ ਹੁੰਦਾ ਸਾਨੂੰ ਸਾਰਿਆਂ ਨੂੰ। ਔਰ ਇਹ ਵੀ ਮੈਂ ਜ਼ਿਕਰ ਨਹੀਂ ਕੀਤਾ, ਪ੍ਰਗਟ ਸਿੰਘ ਦਾ ਮੈਨੂੰ ਹਜੇ ਕੋਈ ਪਤਾ ਨਹੀਂ ਲੱਗਿਆ ਕਿ ਉਹਨਾਂ ਨੇ ਕੋਈ ਨਵਜੋਤ ਸਿੰਘ ਸਿੱਧੂ ਹੋਣਾ ਲਈ ਟਵੀਟ ਕੀਤਾ ਸੀ ਜਾਂ ਨਹੀਂ ਕੀਤਾ ਸੀ, ਪਰ ਪ੍ਰਤਾਪ ਬਾਜਵਾ ਹੋਣਾ ਦਾ ਔਰ ਰਾਜਾ ਵੜਿੰਗ ਹੋਣਾ ਦਾ ਤਾਂ ਮੈਨੂੰ ਜ਼ਰੂਰ ਪਤਾ ਜੀ।
ਜੀ, 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 ਬਿਲਕੁਲ ਬਿਲकुल ਸਹੀ ਕਿਹਾ ਤੁਸੀਂ। ਸੋ ਸਿਆਸਤ ਦੇ ਨਾਲ ਜੁੜੀਆਂ ਖਬਰਾਂ ਤਾਂ ਅਸੀਂ ਇੱਕ ਖਬਰ ਜੋ ਹੈ ਹਾਲੇ ਸ਼ਾਮਿਲ ਕਰਨਾ ਭੁੱਲ ਗਏ, ਜੋ ਅੱਜ ਦੁੱਧ ਦੀ ਕੀਮਤਾਂ ਨੂੰ ਲੈ ਕੇ ਜੋ ਦੁੱਧ ਦੇ ਉਤਪਾਦਕ ਨੇ ਉਹਨਾਂ ਨੇ ਅੱਜ ਜੋ ਹੈ ਮੋਹਾਲੀ ਦੇ ਵਿੱਚ ਵੇਰਕਾ ਪਲਾਂਟ ਦੇ ਸਾਹਮਣੇ ਧਰਨਾ ਵੀ ਦਿੱਤਾ ਸੀ, ਰੋਸ ਪ੍ਰਦਰਸ਼ਨ ਕੀਤਾ ਸੀ। ਸੋ ਮਾਨ ਸਰਕਾਰ ਨੇ ਜੋ ਹੈ ਦੁੱਧ ਉਤਪਾਦਕਾਂ ਨੂੰ ਤੋਹਫਾ ਦਿੱਤਾ, 20 ਰੁਪਏ ਪ੍ਰਤੀ ਕਿਲੋ ਫੈਟ ਜੋ ਹੈ ਉਹਨਾਂ ਨੂੰ ਦੇਣ ਦਾ ਵਾਅਦਾ ਕੀਤਾ ਹੈ। ਇਸ ਫੈਸਲੇ ਨੂੰ ਕਿਸ ਤਰੀਕੇ ਨਾਲ ਵੇਖਦੇ ਹੋ? ਦੇਖੋ 1 ਰੁਪਈਆ ਕਰੀਬ ਗਾਂ ਦਾ ਦੁੱਧ ਇਹਦੇ ਨਾਲ ਉਹਦਾ ਮੁੱਲ ਵੱਧ ਸਕਦਾ ਹੈ ਤੇ ਬਿਲਕੁਲ 1 ਰੁਪਏ 40 ਪੈਸੇ ਦੇ ਆਸ-ਪਾਸ ਕਹਿ ਰਹੇ ਨੇ ਮੱਝ ਦੇ ਦੁੱਧ ਦਾ ਮੁੱਲ। ਸੋ ਸਰਕਾਰ ਨੇ, ਮਾਨ ਸਾਹਿਬ ਦੀ ਸਰਕਾਰ ਨੇ ਜਿਹੜੇ ਡੈਰੀ ਉਤਪਾਦਕ ਨੇ ਸਾਡੇ, ਕਿਉਂਕਿ ਡੈਰੀ ਸਾਡਾ ਸਹਾਇਕ ਧੰਦਾ ਹੈ, ਸੋ ਉਹਦੇ ਉਥਾਨ ਲਈ ਵੀ ਯੋਗਦਾਨ ਪਾਇਆ। ਹਰਪਾਲ ਸਿੰਘ ਚੀਮਾ ਉਹਨਾਂ ਨੇ ਪਹਿਲਾਂ ਵੀ ਇੱਕ ਵਾਰੀ ਜਿਹੜੀ ਫੈਟ ਸੀ ਪ੍ਰਤੀ ਕਿਲੋ ਉਹਦੇ ਚ ਵਾਧੇ ਦਾ ਤੋਹਫਾ ਦਿੱਤਾ ਸੀ, ਕੁਝ ਵਾਅਦਾ ਕੀਤਾ ਸੀ, ਹੁਣ ਹੋਰ ਕੀਤਾ। ਸੋ 20 ਰੁਪਏ ਪ੍ਰਤੀ ਕਿਲੋ ਜਿਹੜਾ ਫੈਟ ਦੇ ਹਿਸਾਬ ਨਾਲ ਮਿਲਕ ਫੈਡ ਵੱਲੋਂ ਹੁਣ ਸਾਡੇ ਡੈਰੀ ਉਤਪਾਦਕਾਂ ਨੂੰ ਦਿੱਤਾ ਜਾਊਗਾ। ਔਰ ਜਦੋਂ ਕੋਵਿਡ ਸੀ ਉਦੋਂ ਵੀ ਭੂਮਿਕਾ ਮਿਲਕ ਫੈਡ ਦੀ ਬਹੁਤ ਉਸਾਰੀ ਰਹੀ ਸੀ। ਪਰ ਦੇਖੋ ਇੱਕ ਗੱਲ ਹਰਜੋਤ ਜੀ ਮੈਂ ਇਹ ਕਹਿ ਸਕਦਾ ਕਿ ਮੁਕਾਬਲੇਬਾਜ਼ੀ ਦਾ ਦੌਰ ਹੈ ਹੁਣ ਭਗਵੰਤ ਮਾਨ ਦੀ ਸਰਕਾਰ ਲੋਕਾਂ ਲਈ ਕੀ ਕੰਮ ਕਰਦੀ ਹੈ ਔਰ ਬੀਜੇਪੀ ਦੀ ਸਰਕਾਰ ਲੋਕਾਂ ਲਈ ਕੀ ਕੰਮ ਕਰਦੀ ਹੈ, ਇੱਕ ਨਵੀਂ ਤਰ੍ਹਾਂ ਦਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ। ਇਹ ਮੈਨੂੰ ਬੜਾ ਦਿਲਚਸਪ ਲੱਗ ਰਿਹਾ। ਬਿਲਕੁਲ ਬਿਲकुल और वाकई ये देखना काफी दिलचस्प रहने वाला है, क्योंकि जो किसान अंदोलन वेले ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਸੀ ਤਾਂ ਬੀਜੇਪੀ ਦੀ ਲਈ ਕਾਫੀ ਜੋ ਹੈ ਇੱਕ ਨੈਗੇਟਿਵ ਮਨ ਵਿੱਚ ਲੋਕਾਂ ਦੇ ਪੰਜਾਬ ਵਿੱਚ ਸੀ। ਪਰ ਹੁਣ ਜਦੋਂ ਮੂੰਗੀ ਦੇ ਉੱਪਰ ਐਮਐਸਪੀ ਕਰ ਦਿੱਤੀ ਗਈ ਹੈ ਕਿ ਪੰਜਾਬ ਤੋਂ ਖਰੀਦ ਕੀਤੀ ਜਾਵੇਗੀ, ਉਸ ਦੇ ਨਾਲ ਹੀ ਜੋ ਅਸੀਂ ਕਹਿ ਸਕਦੇ ਹਾਂ ਡੀਜ਼ਲ ਦੇ ਰੇਟ ਘੱਟ ਹੋ ਜਾਣੇ, ਪੈਟਰੋਲ ਦੇ ਰੇਟ ਘੱਟ ਹੋ ਜਾਣੇ, ਕੀ ਇਹਦਾ ਦੇਖਣਾ ਕਾਫੀ ਦਿਲਚਸਪ ਰਹੇਗਾ ਕਿ ਆਉਣ ਵਾਲੇ ਸਮੇਂ ਵਿੱਚ ਲੋਕਾਂ ਦੇ ਮਨ ਵਿੱਚ ਬੀਜੇਪੀ ਦੀ ਕਿਵੇਂ ਦੀ ਛਾਪ ਅੱਗੋਂ ਬਣਦੀ ਹੈ ਜਾਂ ਬਰਕਰਾਰ ਰਹਿੰਦੀ ਹੈ। ਵਾਕਈ ਸਵਾਲ ਕਈ ਖੜੇ ਰਹਿਣਗੇ। ਇੱਕ ਛੋਟਾ ਜਿਹਾ ਹੋਰ ਸਵਾਲ ਕਰ ਲਵਾਂ ਤੁਹਾਡੇ ਤੋਂ। ਓਮ ਪ੍ਰਕਾਸ਼ ਚੌਟਾਲਾ ਜੀ ਨਾਲ ਜੁੜਿਆ ਹੋਇਆ, ਆਮਦਨ ਤੋਂ ਬਾਅਦ ਜਾਇਦਾਦ ਰੱਖਣ ਦੇ ਮਾਮਲੇ ਵਿੱਚ ਜੋ ਹੈ ਦੋਸ਼ੀ ਕਰਾਰ ਦੇ ਦਿੱਤਾ ਗਿਆ ਤੇ ਹੁਣ ਅਦਾਲਤ ਵਿੱਚੋਂ ਸੁਣਵਾਈ ਹੈ 26 ਮਈ ਨੂੰ ਹੋਣ ਜਾ ਰਹੀ ਹੈ। ਬਿਲਕੁਲ ਠੀਕ ਹੈ ਜੀ, 26 ਮਈ ਨੂੰ ਸਜ਼ਾ ਸੁਣਾਈ ਜਾਣੀ ਹੈ। ਸਜ਼ਾ ਦੇ ਉੱਤੇ ਬਹਿਸ ਹੋਏਗੀ, ਸੁਣਾਈ ਨਹੀਂ ਜਾਣੀ, ਸਜ਼ਾ ਦੇ ਉੱਤੇ ਬਹਿਸ ਹੋਏਗੀ। ਸੋ ਆਮਦਨ ਤੋਂ ਵੱਧ ਜਾਇਦਾਦ ਉਹਨਾਂ ਕੋਲੇ ਰੱਖੇ ਜਾਣ ਦੇ ਉਹਨਾਂ ਦੇ ਉੱਤੇ ਇਲਜ਼ਾਮ। ਠੀਕ ਹੈ ਜੀ, ਜੀ ਬਿਲकुल। ਸੋ ਅੱਜ ਅਸੀਂ ਤਕਰੀਬਨ ਪੰਜਾਬ ਦੇ ਖਾਸ ਮੁੱਦਿਆਂ ਦੇ ਉੱਪਰ ਚਰਚਾ ਕੀਤੀ ਹੈ ਵਿਸਥਾਰ ਦੇ ਨਾਲ, ਤੇ ਉਮੀਦ ਕਰਦੇ ਹਾਂ ਦਰਸ਼ਕ ਜਿਸ ਹਿਸਾਬ ਦੇ ਨਾਲ ਜਿਵੇਂ ਆਪਣੇ ਸੁਝਾਅ ਸਾਨੂੰ ਕਮੈਂਟ ਜ਼ਰੀਏ ਪਹੁੰਚਾਉਂਦੇ ਨੇ ਇਸੇ ਤਰੀਕੇ ਨਾਲ ਪਹੁੰਚਾਉਂਦੇ ਰਹਿਣਗੇ। ਤੇ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਅੱਜ ਦੇ ਦਿਨ ਭਰ ਦੀਆਂ ਖਾਸ ਖਬਰਾਂ ਦੇ ਉੱਪਰ ਚਰਚਾ ਕੀਤੀ, ਸਾਡੇ ਦਰਸ਼ਕਾਂ ਤੱਕ ਵਿਸ਼ਲੇਸ਼ਣ ਪਹੁੰਚਾਇਆ। ਬਹੁਤ ਬਹੁਤ ਧੰਨਵਾਦ ਤੁਹਾਡਾ। ਬਹੁਤ ਧੰਨਵਾਦ ਹਰਜੋਤ ਜੀ। ਜੀ ਤੇ